ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਦਿੱਤਾ ਗਿਆ ਮੈਥ ਦਾ ਸੈਂਪਲ ਪੇਪਰ ਦਾ ਪਾਰਟ 1 ਦੀ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ। ਜਿਨ੍ਹਾਂ ਸਟੂਡੈਂਟ ਨੇ ਮੇਰੀ ਵੀਡੀਓ ਹਜੇ ਤੱਕ ਨਹੀਂ ਦੇਖੀ, ਉਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤੇ ਉਸ ਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ ਦੇ ਵਿੱਚ ਵੀ ਸ਼ੋ ਹੋ ਰਿਹਾ ਹੋਵੇਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਇਸ ਸੈਂਪਲ ਪੇਪਰ ਦੀ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ ਕਿਉਂਕਿ ਸਟੂਡੈਂਟ ਇਸ ਸੈਂਪਲ ਪੇਪਰ ਦੇ ਕੁਐਸਚਨ ਵਿੱਚ ਹੀ ਦਿੱਤੇ ਗਏ ਜਿਹੜੇ ਕੁਐਸਚਨ ਹੋਣਗੇ ਉਸ ਦੇ ਨਾਲ ਦੇ ਹੀ ਮਿਲਦੇ ਜੁਲਦੇ ਤੁਹਾਨੂੰ ਕੁਐਸਚਨ ਆਉਣਗੇ। ਇਹ ਪੇਪਰ ਇੰਗਲਿਸ਼ ਮੀਡੀਅਮ ਦੇ ਵਿੱਚ ਅਸੀਂ ਸੋਲਵ ਕੀਤਾ ਹੋਇਆ। ਜਿਨ੍ਹਾਂ ਸਟੂਡੈਂਟ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਚਾਹੀਦਾ ਮੈਨੂੰ ਕਮੈਂਟ ਕਰਕੇ ਦੱਸ ਦੇਣ, ਅਸੀਂ ਪੰਜਾਬੀ ਦੇ ਵਿੱਚ ਸੋਲਵ ਕਰਕੇ ਉਸ ਦੀ ਵੀਡੀਓ ਵੀ ਅਪਲੋਡ ਕਰ ਦਾਂਗੇ। ਸੋ ਆਓ ਫਿਰ ਸਟਾਰਟ ਕਰਦੇ ਹਾਂ ਆਪਣੇ ਸੈਂਪਲ ਪੇਪਰ ਦਾ ਪਾਰਟ 2 ਦੇ ਵਿੱਚ ਸਾਡੇ ਕੋਲ ਸੈਕਸ਼ਨ B ਹੈ ਜੀ, ਜਿਸ ਦੇ ਵਿੱਚ ਹਰੇਕ ਕੁਐਸਚਨ ਜਿਹੜਾ ਤੁਹਾਡਾ 2 ਮਾਰਕਸ ਦਾ। ਕੁਐਸਚਨ ਨੰਬਰ 4 ਦਾ ਸਾਡੇ ਸਾਹਮਣੇ ਯੂਜ਼ ਇਕੁਅਲ ਡਿਵੀਜ਼ਨ ਫਾਈਂਡ ਦਾ HCF ਆਫ 96 and 404। ਦੇਖੋ ਸਟੂਡੈਂਟ, ਇਕੁਅਲ ਡਿਵੀਜ਼ਨ ਮੈਥਡ ਕੀ ਹੁੰਦਾ ਹੈ? ਸਿੰਪਲ ਤੁਸੀਂ ਡਿਵੀਜ਼ਨ ਵਾਲਾ ਕਾਲਮ ਬਣਾ ਲੈਣਾ, ਜਿਹੜਾ ਵੱਡਾ ਡਿਜਿਟ ਹੈ ਉਸ ਨੂੰ ਤੁਸੀਂ ਅੰਦਰ ਰੱਖ ਲੈਣਾ, ਛੋਟੇ ਵਾਲੇ ਨੂੰ ਬਾਹਰ ਰੱਖ ਲੈਣਾ, ਠੀਕ ਹੈ ਜੀ। ਔਰ ਸਿੰਪਲ ਹੈ, ਦੇਖੋ 96 ਦੇ ਵਿੱਚ ਅਸੀਂ ਦੇਖਣਾ ਹੈ ਕਿ 404 ਤੋਂ ਛੋਟਾ ਕੀ ਆਉਂਦਾ ਹੈ, ਤਾਂ ਅਸੀਂ 96 ਨੂੰ ਅਸੀਂ 2 ਨਾਲ ਕਰਕੇ ਦੇਖਾਂਗੇ, ਕਿੰਨਾ ਆਨਸਰ ਆਏਗਾ 192। ਫਿਰ 96 ਨੂੰ ਅਸੀਂ 4 ਨਾਲ ਕਰਕੇ ਦੇਖਾਂਗੇ 384, 5 ਨਾਲ ਕਰਕੇ ਦੇਖਾਂਗੇ ਤਾਂ ਆਨਸਰ ਆਇਆ ਸਾਡੇ ਕੋਲ 480। ਦੇਖੋ ਸਟੂਡੈਂਟ, 4 ਨਾਲ ਕੀਤਾ ਤਾਂ 384, 5 ਨਾਲ ਕੀਤਾ ਤਾਂ 480, ਤਾਂ ਆਪਾਂ ਇਸ ਤੋਂ ਛੋਟਾ ਹੀ ਦੇਖਣਾ ਹੈ, ਤਾਂ ਆਨਸਰ ਅਸੀਂ ਕਰਾਂਗੇ ਇਸ ਨੂੰ 4 ਨਾਲ ਡਿਵਾਈਡ, तो इसका इत्थे आएगा 384। फिर इसमें ਅਸੀਂ माइनस कर देंगे, 4 चो 4 0, 10 चो 8 2। ਇੱਥੋਂ ਹੀ ਤੁਸੀਂ ਇਸ ਕਾਲਮ ਨੂੰ ਫਿਰ ਦੁਬਾਰਾ ਬਣਾ ਲੈਣਾ ਔਰ ਜਿਸ ਨਾਲ ਤੁਸੀਂ ਡਿਵਾਈਡ ਕੀਤਾ ਸੀ ਉਹ 96 ਨੂੰ ਤੁਸੀਂ ਅੰਦਰ ਰੱਖ ਲੈਣਾ। ਹੁਣ 20 ਦੇ ਟੇਬਲ 'ਚ ਅਸੀਂ ਦੇਖਣਾ ਕਿ 96 ਤੋਂ ਛੋਟਾ ਕੀ ਹੈ, ਤਾਂ ਆਬਵੀਅਸਲੀ ਸਾਨੂੰ ਪਤਾ ਹੈ 80 ਆਏਗਾ, ਕਿਉਂਕਿ ਜੇ ਅਸੀਂ 5 ਨਾਲ ਕਰਾਂਗੇ ਤਾਂ 100 ਹੋ ਜਾਏਗਾ, ਤਾਂ 4 ਨਾਲ ਕਰਾਂਗੇ ਤਾਂ 80 ਹੋਏਗਾ। ਤਾਂ ਇੱਥੇ ਫਿਰ ਇਸ ਨੂੰ ਮਾਈਨਸ ਕਰ ਦਾਂਗੇ 6 98 के 1। फिर इत्थे कॉलम स्टार्ट कर लेना है, फिर इत्थे जिस नाल तुसीं डिवाइड कीता सीगा उस नूं तुसीं अंदर रख लेना है। फिर उस तरीके नाल करना तुसीं 16 दे टेबल दे विच देखो 2 नाल करांगे तो 32, तो इसलिए सानूं 1 ते ही करना पएगा। इसनूं असीं माइनस कर दांगे, आंसर आएगा साडे 10 तो 6 4 इत्थे आ जाएगा। फिर इस तरीके नाल कॉलम स्टार्ट करना है, फिर जिस नाल डिवाइड कीता सी तुसीं उस नूं अंदर रखना है। फिर 4 दे टेबल 'ਚ 16 देखना कित्थे आउंदा है, 4 दे टेबल 'ਚ 16 आउंदा है 4 ते, तो इत्थे आके क्वेश्चन जिहड़ा साडा खत्म हो गया। ਤੁਸੀਂ ਉਦੋਂ ਤੱਕ ਕਰੀ ਜਾਣਾ ਸਟੂਡੈਂਟ ਜਦੋਂ ਤੱਕ ਇਹ ਕੁਐਸਚਨ ਜਿਹੜਾ ਲਾਸਟ ਤੱਕ ਖਤਮ ਨਹੀਂ ਹੋ ਜਾਂਦਾ, ਠੀਕ ਹੈ ਜੀ। ਔਰ ਇੱਥੇ ਤੁਹਾਨੂੰ ਜਿਸ ਨਾਲ ਤੁਸੀਂ ਡਿਵਾਈਡ ਕੀਤਾ ਸੀ, ਦੇਖੋ ਆਨਸਰ ਕੀ ਸੀਗਾ ਇੱਥੇ 4। ਸੋ ਇੱਥੇ ਫਾਈਨਲ ਦੇ ਵਿੱਚ ਤੁਸੀਂ ਆਨਸਰ ਜਿਹੜਾ ਲਿਖਣਾ ਉੱਥੇ ਲਿਖਣਾ HCF = 4। ਇਹ ਤੁਸੀਂ ਯਾਦ ਰੱਖਣਾ ਕਿ ਲਾਸਟ ਵਿੱਚ ਜਿਸ ਨਾਲ ਤੁਸੀਂ ਡਿਵਾਈਡ ਕੀਤਾ ਸੀ, ਆਨਸਰ ਨਹੀਂ, ਜਿਸ ਨਾਲ ਡਿਵਾਈਡ ਕੀਤਾ ਸੀ ਉਹੀ ਇਸ ਦਾ HCF ਹੋਏਗਾ। 5th ਕੁਐਸਚਨ ਹੈ ਸਾਡੇ ਸਾਹਮਣੇ, what is the quadratic polynomial whose sum of zeros -3 and product of 0 is 2। ਤੁਸੀਂ ਕੀ ਕਰਨਾ ਹੈ, ਇੱਥੇ ਤੁਹਾਨੂੰ ਇੱਕ ਫਾਰਮੂਲਾ ਯਾਦ ਹੋਣਾ ਚਾਹੀਦਾ। ਜਦੋਂ ਤੁਸੀਂ ਤੁਹਾਨੂੰ 0 ਦਿੱਤੀਆਂ ਹੋਣ ਔਰ ਤੁਸੀਂ ਇਸ ਦਾ ਪੋਲੀਨੋਮੀਅਲ ਬਣਾਉਣੀ ਹੋਵੇ, ਤੁਸੀਂ ਕੀ ਕਰਨਾ ਹੈ, ਇੱਥੇ ਫਾਰਮੂਲਾ ਲਗਾਉਣਾ ਹੈ x² ਮਾਈਨਸ ਬ੍ਰੈਕਟ ਦੇ ਵਿੱਚ ਸਮ ਆਫ ਜ਼ੀਰੋਸ ਬ੍ਰੈਕਟ ਕਲੋਜ਼ ਬਾਹਰ x ਪਲੱਸ ਪ੍ਰੋਡਕਟ ਆਫ ਜ਼ੀਰੋਸ, ਠੀਕ ਹੈ ਜੀ। ਹੁਣ ਸਿੰਪਲ x² ਫਾਰਮੂਲੇ ਵਾਲਾ ਹੀ ਮਾਈਨਸ ਸਮ ਆਫ 0 ਤੁਹਾਨੂੰ ਕੀ ਦਿੱਤੀ ਹੈ, ਪਹਿਲੀ ਦਿੱਤੀ ਹੈ ਉਹਨਾਂ ਨੇ, ਦੇਖੋ -3, ਉਹ ਇੱਥੇ -3 ਪੁੱਟ ਕਰ ਦੇਣਾ, ਬਾਹਰ x ਆ ਗਿਆ ਪਲੱਸ ਪ੍ਰੋਡਕਟ ਆਫ 0 ਕਿੰਨੀ ਹੈ ਤੁਹਾਡੇ ਕੋਲ 2, ਇੱਥੇ ਤੁਸੀਂ ਉਸਦੀ ਵੈਲਿਊ ਪੁੱਟ ਕਰ ਦੇਣੀ ਹੈ। ਦੇਖੋ x² ਮਾਈਨਸ ਪਲੱਸ ਹੋ ਗਿਆ, ਠੀਕ ਹੈ ਜੀ। ਇੱਥੇ ਪਲੱਸ ਬਣਾ ਦੇਣਾ ਹੈ, 3 ਨੂੰ x ਨਾਲ ਮਲਟੀਪਲਾਈ ਕੀਤਾ ਤਾਂ ਕੀ ਹੋ ਗਿਆ 3x + 2। ਦੇਖੋ ਸਿੰਪਲ ਹੈ, ਇਹ ਸਾਡੇ ਕੋਲ ਕੁਆਡ੍ਰੈਟਿਕ ਇਕੁਏਸ਼ਨ ਜਿਹੜੀ ਹੈ ਪੋਲੀਨੋਮੀਅਲ ਦੀ ਉਹ ਬਣ ਕੇ ਆ ਗਈ, ਉਹੀ ਇਸ ਦਾ ਆਨਸਰ ਹੋ ਗਿਆ। 6th ਕੁਐਸਚਨ ਹੈ ਸਾਡੇ ਕੋਲ, ਸੋਲਵ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ x + 3y = 6 2x - 3y = 12। देखो स्टूडेंट, इसनूं सॉल्व करने लिए तुसीं पहले इत्थे इक्वेशन लिख लो, 3x + 3y = 6 2x - 3y = 12। देखो स्टूडेंट, एक दो तरीके नाल सॉल्व हुंदा है, एक हुंदा साडे कोल सबस्टिट्यूट मैथड, एक हुंदा साडे कोल एलिमिनेशन मैथड, ठीक है जी। ये तुसीं अपनी तैयारी कीती भी होगी थोड़ी जी। तुसीं किवें देखना, देखो असीं इहनूं सॉल्व करांगे एलिमिनेशन मैथड दे नाल, जिहड़ा सिंपल भी हुंदा है। सिंपल च देखना की है, देखो इधर नीचे की है 2x, इत्थे की है सिंपल x, तुसीं इस x नूं 2x बनाना है, ठीक है। हुण x नूं 2x बनाउण दे लई असीं की करांगे, इहनूं मल्टीप्लाई करांगे 2 दे नाल। हुण जदों 2 नाल मल्टीप्लाई करांगे ते फिर इकल्ले x नूं नहीं सारी इक्वेशन नूं ही मल्टीप्लाई करना है, बस तुसीं इह याद रखना है। हुण 2 नूं x नाल करांगे, कितना आ जाएगा x नाल 2x, फिर 2 नूं 3 नाल करांगे, कितना आएगा अपने कोल 2 3 दा 6y नाल, फिर 2 नूं ही 6 नाल करनागे = 12, ठीक है जी। ਹੁਣ ਨੀਚੇ ਜਿਹੜੀ ਸੈਕਿੰਡ ਇਕੁਏਸ਼ਨ ਲਿਖੀ ਹੋਈ ਹੈ ਉਸ ਨੂੰ ਅਸੀਂ ਲਿਖ ਦਾਂਗੇ 2x - 3y = 12। ਇੱਥੇ ਲਾਈਨ ਮਾਰਾਂਗੇ,
ਹੁਣ ਇੱਥੇ ਕੀ ਕਰਨਾ ਹੈ, ਇੱਥੇ ਤੁਸੀਂ ਇਸਦੇ ਸਾਈਨ ਚੇਂਜ ਕਰਨੇ ਆ। ਦੇਖੋ ਇਸ ਦੇ ਅੱਗੇ ਕਿਹੜਾ ਸਾਈਨ ਹੈ, ਕੁਛ ਨਹੀਂ ਤਾਂ ਅਸੀਂ ਪਲੱਸ ਮੰਨਣਾ ਹੈ। ਇਸ ਦੇ ਅੱਗੇ ਕਿਹੜਾ ਸਾਈਨ ਨਹੀਂ, ਕੁਛ ਨਹੀਂ ਤਾਂ ਪਲੱਸ ਮੰਨਣਾ ਹੈ। ਉਹ ਜਿਹੜਾ ਨੀਚੇ ਵਾਲਾ ਸਾਈਨ ਹੈ ਇਸ ਨੂੰ ਅਸੀਂ ਚੇਂਜ ਕਰਕੇ ਮਾਈਨਸ ਬਣਾ ਦੇਣਾ ਹੈ। ਦੇਖੋ ਜੇ ਇੱਥੇ ਮਾਈਨਸ ਹੋਏਗਾ ਤਾਂ ਇੱਥੇ ਪਲੱਸ ਬਣਾ ਦੇਣਾ ਹੈ, ਜੇ ਉੱਪਰ ਪਲੱਸ ਹੈ ਤਾਂ ਇੱਥੇ ਮਾਈਨਸ ਬਣਾ ਦੇਣਾ ਹੈ। ਹੁਣ ਦੇਖੋ ਇੱਥੇ ਸਾਈਨ ਕੀ ਲੱਗਿਆ, ਮਾਈਨਸ ਦਾ, ਇਸ ਨੂੰ ਅਸੀਂ ਚੇਂਜ ਕਰਕੇ ਪਲੱਸ ਦਾ ਬਣਾ ਦੇਣਾ ਹੈ। ਇਸ ਦੇ ਅੱਗੇ ਕੁਛ ਨਹੀਂ ਤਾਂ ਪਲੱਸ ਦਾ ਸਾਈਨ ਹੈ, ਇਸ ਨੂੰ ਅਸੀਂ ਚੇਂਜ ਕਰਕੇ ਮਾਈਨਸ ਦਾ ਬਣਾ ਦੇਣਾ ਹੈ। ਹੁਣ 2x ਤੋਂ 2x ਮਾਈਨਸ ਕੀਤਾ ਤਾਂ ਆंसर 0। ठीक है जी। ਹੁਣ 6 और 3 प्लस हो गए, 6 और 3 आंसर आएगा 9y इज इक्वल टू 12 ਚੋਂ 12 ਮਾਈਨਸ ਕਿਤੇ 0, then y इज इक्वल टू 0। देखो ਜਿਹੜਾ y ਦੇ ਨਾਲ ਚਿੰਬੜਿਆ ਹੋਇਆ ਇਹ ਕੀ ਜਾਏਗਾ, ਨੀਚੇ, ਦੂਜੀ ਸਾਈਡ ਨੀਚੇ ਜਾਏਗਾ। ਹੁਣ 0 ਦੇ ਨੀਚੇ 9 ਹੈ, ਦੇਖੋ 0 ਦੇ ਨੀਚੇ ਕੋਈ ਵੀ ਚਾਹੇ 1000 ਕੋਈ ਵੀ ਕਿੰਨੀ ਵੱਡੀ ਵੈਲਿਊ ਹੋਵੇ ਤਾਂ ਆंसर ਅਸੀਂ ਹਮੇਸ਼ਾ 0 ਹੀ ਮੰਨਦੇ ਹਾਂ। ਸੋ ਇਹਦਾ ਆंसर ਆਏਗਾ ਸਾਡੇ ਕੋਲ 0। ਇਹ ਆ ਗਈ ਸਾਡੇ ਕੋਲ y ਦੀ ਵੈਲਿਊ। ਹੁਣ ਸਿੰਪਲ ਇਸ y ਦੀ ਵੈਲਿਊ ਨੂੰ ਕੀ ਕਰਨਾ ਹੈ, ਤੁਸੀਂ ਫਸਟ ਇਕੁਏਸ਼ਨ ਦੇ ਵਿੱਚ ਜਿਹੜੀ ਸਾਡੇ ਕੋਲ x 3y 6 ਇਹ ਦਿੱਤੀ ਹੋਈ ਸੀ, ਠੀਕ ਹੈ, ਤੁਸੀਂ ਜਿਹੜੀ ਚੇਂਜ ਕੀਤੀ ਉਹਦੇ ਵਿੱਚ ਨਹੀਂ, ਜੋ ਪਹਿਲਾਂ ਹੀ ਦਿੱਤੀ ਹੋਈ ਸੀ ਉਹਦੇ ਵਿੱਚ ਪੁੱਟ ਕਰ ਦੇਣਾ। ਜ਼ਰੂਰੀ ਨਹੀਂ ਤੁਸੀਂ ਇਸ ਇਕੁਏਸ਼ਨ ਵਿੱਚ ਹੀ ਪੁੱਟ ਕਰਨਾ, ਤੁਸੀਂ ਇਸ ਇਕੁਏਸ਼ਨ ਵਿੱਚ ਵੀ ਪੁੱਟ ਕਰ ਸਕਦੇ ਹੋ। 2x 3y 12 ਇਸ ਇਕੁਏਸ਼ਨ ਵਿੱਚ ਵੀ ਤੁਸੀਂ ਪੁੱਟ ਕਰ ਸਕਦੇ ਹੋ, ठीक है जी। ਹੁਣ x plus 3y ਦੀ ਜਗ੍ਹਾ ਤੇ ਆ ਗਿਆ 0 is equal to 6। 3 ਨੂੰ 0 ਨਾਲ ਮਲਟੀਪਲਾਈ ਕੀਤਾ ਤਾਂ ਆंसर ਆਏਗਾ ਸਾਡੇ ਕੋਲ 0 is equal to 6, then x is equal to 6। तो x ਦੀ ਵੈਲਿਊ ਆ ਗਈ ਸਾਡੇ ਕੋਲ 6 and y ਦੀ ਵੈਲਿਊ ਆ ਗਈ 0। तो ਇਹ ਇਕੁਏਸ਼ਨ ਜਿਹੜੀ ਆ ਸੋਲਵ ਹੋ ਗਈ। 7th ਕੁਐਸਚਨ ਆ ਸਾਡੇ ਸਾਹਮਣੇ, in the given figure DE parallel BC find the value of x। देखो स्टूडेंट, इस दे विच ਜਦੋਂ ਵੀ ਤੁਹਾਨੂੰ ਇਸ ਤਰੀਕੇ ਦਾ ਕੁਐਸਚਨ ਆਵੇ ਜਿਸ ਵਿੱਚ ਤੁਹਾਨੂੰ ਇਹ ਗੱਲ ਕਹੀ ਹੋਵੇ ਕਿ ਇਹ DE, ਜਿਵੇਂ ਇਹ DE ਪੈਰਲਲ ਹੈ BC ਦੇ, ਤਾਂ ਇਸ ਦਾ ਮਤਲਬ ਕੀ ਹੋਇਆ ਕਿ ਜਿਹੜੀ ਸਾਈਡਸ ਹੋਣਗੀਆਂ ਇਸ ਦੀਆਂ A and D, ਠੀਕ ਹੈ ਜੀ, ਇਹ ਕੀ ਹੋਏਗਾ, ਰੇਸ਼ੋ ਦੇ ਵਿੱਚ ਹੋ ਜਾਣਗੀਆਂ। ਜਿਸ ਤਰ੍ਹਾਂ ਅਸੀਂ ਇੱਥੇ ਲਿਖਾਂਗੇ in triangle ABC DE parallel BC therefore AD upon DB, ठीक है जी। AD ਦੇ ਨੀਚੇ DB ਹੋ ਜਾਏਗੀ is equal to AE upon EC। ਹੁਣ ਇਸੇ ਤਰੀਕੇ ਨਾਲ ਦੇਖੋ AE upon EC, ਠੀਕ ਹੈ ਜੀ। ਹੁਣ AD ਦੀ ਵੈਲਿਊ ਤੁਹਾਨੂੰ ਦਿੱਤੀ ਹੈ, ਦੇਖੋ 1.5, DB ਦੀ ਤੁਹਾਨੂੰ ਵੈਲਿਊ ਦਿੱਤੀ ਹੈ 3 is equal to AE ਦੀ ਵੈਲਿਊ 1 and ਨੀਚੇ x, ਠੀਕ ਹੈ ਜੀ। ਹੁਣ ਇੱਥੇ ਕਰਨਾ ਤੁਸੀਂ ਕ੍ਰੋਸ ਮਲਟੀਪਲਾਈ ਕਰਨਾ ਹੈ, 3 ਨੂੰ 1 ਦੇ ਨਾਲ, x ਨੂੰ 1.5 ਦੇ ਨਾਲ। x ਨੂੰ 1.5 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਆंसर ਆ ਜਾਏਗਾ 1.5x is equal to 3। ਇੱਥੇ ਅਸੀਂ ਕੀ ਕਰਾਂਗੇ, ਦੇਖੋ ਪੁਆਇੰਟ ਦੇ ਨੀਚੇ ਕੁਝ ਨਹੀਂ ਤਾਂ 1, ਇੱਕ ਡਿਜਿਟ ਅੱਗੇ ਤਾਂ 0, ਠੀਕ ਹੈ ਜੀ। ਹੁਣ x ਇੱਥੇ is equal to 3 ਮਲਟੀਪਲਾਈ, ਜਦੋਂ ਦੇਖੋ ਇਹ ਵੈਲਿਊ ਜਿਹੜੀ ਹੈ ਦੂਜੀ ਸਾਈਡ ਜਾਏਗੀ ਤਾਂ ਇਹ ਹੁਣ ਕੀ ਹੋਏਗਾ, ਰੈਸੀਪ੍ਰੋਕਲ ਹੋकर ਜਾਏਗੀ। ਇਹਦਾ ਆंसर ਆ ਜਾਏਗਾ 10/15। ਹੁਣ 3 1 ਦਾ, 3 5 ਦਾ, 5 1 ਦਾ, 5 2 ਦਾ, ਇਹ ਹੋ ਗਈ ਸਾਡੇ ਕੋਲ ਕਟਿੰਗ। x is equal to 2 ਸਾਡੇ ਕੋਲ ਆंसर ਆ ਗਿਆ, x ਦੀ ਵੈਲਿਊ ਆ ਗਈ ਸਾਡੇ ਕੋਲ 2। 8th ਕੁਐਸਚਨ ਹੈ ਜੀ, find the coordinate of point which divides the line segment joining the points A4, -3 and B8, 5 ratio 3:1। ਹੁਣ ਦੇਖੋ ਕੁਐਸਚਨ ਕੀ ਹੈ, ਕਹਿੰਦਾ ਇੱਥੇ ਤੁਸੀਂ ਕੋਆਰਡੀਨੇਟ ਫਾਈਂਡ ਕਰਨੇ ਆ। ਇਸ ਕੁਐਸਚਨ ਨੂੰ ਸਮਝਣ ਲਈ ਦੇਖੋ ਅਸੀਂ ਪਹਿਲਾਂ ਇੱਥੇ ਲਾਈਨ ਡਰਾ ਕਰਾਂਗੇ, ਪੁਆਇੰਟ ਲਿਖਾਂਗੇ A and B ਔਰ ਇੱਥੇ ਲਿਖਾਂਗੇ ਅਸੀਂ C, ਠੀਕ ਹੈ ਜੀ। इसके कोऑर्डिनेट मान लो x and y। देखो रेशियो ਦੇ ਵਿੱਚ ਡਿਵਾਈਡ ਕਰਨਾ ਹੈ ਤਾਂ ਅਸੀਂ ਇੱਥੇ ਪਹਿਲਾਂ ਲਿਖਾਂਗੇ m1 and m2। ਹੁਣ ਇਹ m1 ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, ਕਿਸ ਰੇਸ਼ੀਓ ਡਿਵਾਈਡ ਕੀਤਾ ਉਹਨੇ ਸਾਨੂੰ, 3 and a1, ਠੀਕ ਹੈ ਜੀ। ਇੱਥੇ 3 ਆ ਗਈ ਸਾਡੇ ਕੋਲ, ਇੱਥੇ 1 ਮੰਨ ਲਈ ਅਸੀਂ। a ਦੇ ਕੋਆਰਡੀਨੇਟ ਕਿੰਨੇ ਸਾਡੇ ਕੋਲ 4, -3। b ਦੇ ਕੋਆਰਡੀਨੇਟ ਸਾਡੇ ਕੋਲ 8, 5, ਠੀਕ ਹੈ ਜੀ। 4 ਕਿਸ ਦੀ ਵੈਲਿਊ ਹੈ, x1 ਦੀ, 3 ਹੈਗੀ ਆ y1 ਦੀ, ਠੀਕ ਹੈ ਜੀ। ਐਂਡ 8 ਕਿਸ ਦੀ ਹੈ, x2 ਦੀ, 5 ਹੈਗੀ ਆ y2 ਦੀ। ਹੁਣ ਸਿੰਪਲ ਇਸ ਨੂੰ ਅਸੀਂ ਫਾਰਮੂਲੇ 'ਚ ਪੁੱਟ ਕਰ ਦਾਂਗੇ। ਫਾਰਮੂਲਾ ਕੀ ਹੋਏਗਾ ਸਾਡੇ ਕੋਲ, x is equal to m1 x2 plus m2 x1 upon m1 plus m2। सेम इसी तरीके नाल y is equal to m1 y2 plus m2 y1 upon m1 plus m2, ठीक है जी। m1 ਦੀ ਵੈਲਿਊ ਸਾਡੇ ਕੋਲ 3, x2 ਦੀ ਵੈਲਿਊ ਸਾਡੇ ਕੋਲ 8 plus m2 ਦੀ ਵੈਲਿਊ ਸਾਡੇ ਕੋਲ 1 and x1 ਦੀ ਵੈਲਿਊ ਸਾਡੇ ਕੋਲ 4 on m1 ਦੀ ਵੈਲਿਊ 3 plus 1। ਹੁਣ ਇਸ ਸਾਈਡ ਵੀ ਪੁੱਟ ਕਰ ਦਾਂਗੇ, m1 ਦੀ ਵੈਲਿਊ ਸਾਡੇ ਕੋਲ 3, y2 ਦੀ ਵੈਲਿਊ ਸਾਡੇ ਕੋਲ 5,
प्लस m2 की वैल्यू 1 एंड y1 की वैल्यू -3। ये तुसीं ध्यान रखना माइनस और प्लस के साइन का तुसीं जरूर ध्यान रखना। m1 की वैल्यू साडे कोल 3 प्लस m2 की वैल्यू 1। इसमें ਅਸੀਂ ਹੁਣ ਮਲਟੀਪਲਾਈ ਕਰ ਦਾਂਗੇ 3 8 ਦਾ 24 प्लस 1 4 ਦਾ 4 अपॉन 4। इस तरीके नाल y वाली साइड ते भी 3 5 ਦਾ 15 और 1 3 ਦਾ 3 प्लस -3 अपॉन 4। x इज इक्वल टू 24 ਦੇ ਵਿੱਚ 4 प्लस किते 28 अपॉन 4। y ਦੇ ਵਿੱਚ 15 ਦੇ ਵਿੱਚੋਂ ਮਾਈਨਸ किते 3 12 अपॉन 4। देखो दोनों की कटिंग कर देंगे 4 ਦੇ ਟੇਬਲ 28 किथे आया 7 ਤੇ एंड 4 ਦੇ ਟੇਬਲ ਦੇ 12 ਕਿੱਥੇ ਆਇਆ 3 ਤੇ। ਸੋ ਸਾਡੇ ਕੋਲ x ਦੀ ਵੈਲਿਊ ਆ ਗਈ 7 ਐਂਡ y ਦੀ ਵੈਲਿਊ ਆ ਗਈ 3। तो ਇਹੀ ਸਾਡੇ ਜਿਹੜੇ ਨੇ ਕੋਆਰਡੀਨੇਟ ਹੋ ਗਏ 7, 3। ਠੀਕ ਹੈ ਜੀ। 9th ਕੁਐਸਚਨ ਆ ਸਾਡੇ ਕੋਲ if sin a is equal to 3.4 then find the value of tan a। ਠੀਕ ਹੈ ਸਿੰਪਲ ਦੇਖੋ ਇਸ ਨੂੰ ਸਮਝਣ ਲਈ ਤੁਹਾਨੂੰ ਕਿਵੇਂ ਕਰਨਾ ਦੇਖੋ ਪਹਿਲਾਂ ਹੀ ਮੈਂ ਸਮਝਾਇਆ ਸੀਗਾ ਪੰਡਿਤ ਬਦਰੀ ਪ੍ਰਸਾਦ ਹਰ ਬੋਲ। एक ही है साढ़े को साइन कोस फिर टैन फिर कोसेक सीकेंड एंड कॉट। ठीक है जी। साइन की वैल्यू की अपने को p/h। सो इस तरीके नाल साइन a इज इक्वल टू 3.4 एक ही है साढ़े को p/h यानी इसका मतलब की होया कि p मीनस परपेंडिकुलर h मीन हाइपोटेनस। देखो जिवें साढ़े को राइट ट्रायंगल है इस दे विच हुण साढ़े इस हिसाब नाल असीं वैल्यू पुट कर लेनी है कि p की वैल्यू कितनी है साढ़े को p है ये साढ़े को b है बेस ये साढ़े को हाइपोटेनस है। सो p की वैल्यू साढ़े को हैगी है 3 एंड h की वैल्यू साढ़े को 4। हुण असीं की फाइंड करना सी tan a। हुण tan a दे करन दे लई सानूं असीं की करना पहला b की वैल्यू इत्थे फाइंड करनी है। ठीक है जी। b की वैल्यू फाइंड करन दे लई राइट ट्रायंगल है सो असीं की करांगे बाय पाइथागोरस थ्योरम। ठीक है जी। बाय पाइथागोरस थ्योरम की हुंदी है h² इज इक्वल टू p² प्लस b²। h की वैल्यू साढ़े को कितनी है 4 इसका स्क्वायर कर देंगे p की वैल्यू 3 इसका भी स्क्वायर कर देंगे प्लस b की वैल्यू सानू पता नहीं एज इट इज लिखांगे 4 4 का 16 4 का स्क्वायर मतलब की होंगे कि 4 नू 4 नाल मल्टीप्लाई किया तो आंसर आया साढ़े को 16 3 3 का 9 प्लस b का स्क्वायर। हुण इत्थे की करना सी 9 की वैल्यू जिहड़ी है दूजी साइड लैके जावांगे इस दे अगे किहड़ा साइन है कुछ नहीं तो असीं प्लस मानते हैं तो दूसरी साइड जाएगा तो की हो जाएगा माइनस हो जाएगा -9 इज इक्वल टू b² अपनी जगह पे रह गया 16 जो 9 गए 7 इज इक्वल टू b²। हुण जिहड़ा स्क्वायर है चलो दूसरी साइड जाएगा तो की होएगा रूट दे विच कन्वर्ट हो जाएगा। सो b इज इक्वल टू √7। सो b की वैल्यू आ गई साडे कोल √7। हुण सिंपल है देखो तुसीं किवें करना है तुसीं लिखना इत्थे tan a दा मतलब की आ कि p/b। सो p/b लिखांगे एंड tan की वैल्यू जिहड़ी इत्थे पुट कर दांगे 3 p की वैल्यू साडे कोल कितनी है 3 और b की वैल्यू कितनी साडे कोल √7। ठीक है जी। ये सिंपल इसका सॉल्व होकर साडे कोल आंसर आ गया। स्टूडेंट जिवें तुहानूं मैं पहला भी समझाया सीगा ऊपर कि tan a भी a जिहड़ा हैगा उसनूं असीं फाइंड करना हुंदा पर इस दे विच असीं नहीं कीता। देखो वो क्यों नहीं किया क्योंकि इत्थे सानू ये नहीं कहा गया कि इन ट्रायंगल ABC साइन A इज इक्वल टू 3.4 जे साडे कोल ये गल कही हुंदी कि इन ट्रायंगल ABC दैन असीं वो की करदे फिर tan A जिस तरह तुहानूं इत्थे A मानदे और A दे ओपोजिट जिहड़ा फिर साडे कोल ओह P बन जाना सी। इत्थे B है तो साडा ये P बन जाना। इस तो पहला एक नाल दा क्वेश्चन आया होया तुसीं इहनूं जाके देख सकते हो फिर तुहानूं उसदी चंगी तरह समझ आ जाएगी। 10th क्वेश्चन है साडे कोल फाइंड द एरिया ऑफ सेक्टर ऑफ ए सर्कल विद रेडियस 4 सेंटीमीटर एंड एंगल 30 डिग्री। तो इत्थे असीं की करांगे फार्मूला लगावांगे एरिया ऑफ सेक्टर इज इक्वल टू पाई आर स्क्वायर मल्टीप्लाई थीटा अपॉन 360 डिग्री। ठीक है जी। पाई की वैल्यू असीं की करांगे 22.7। इत्थे तुसीं ध्यान रखना जे उहने दित्ती हुई है वैल्यू कई बार वैल्यू दे दिंदा भी 3.14 तां तुसीं ओह पुट करनी है अदरवाइज तुसीं 22.7 ही पुट करनी है मल्टीप्लाई रेडियस यानी r 4 दा स्क्वायर फिर मल्टीप्लाई थीटा की वैल्यू की होएगी जो तुहानूं इत्थे डिग्री दी हुई है 30 डिग्री है तो तुसीं 30 पुट करोगे 30 अपॉन 360। ठीक है जी। फिर 22.7 मल्टीप्लाई 4 4 दा 16 मल्टीप्लाई 30.360 0 ना 0 कटिंग होगी 3 1 दा 3 12 दा 4 3 दा 4 4 दा। ठीक है जी। ये सारी असीं कटिंग कर दी। हुण 22 नूं 4 नाल मल्टीप्लाई करांगे तो आंसर आ जाएगा साडे कोल 88। इत्थे नीचे की बचा साडे कोल 7 एंड 3 इसनूं मल्टीप्लाई करांगे 21
ठीक है। हुण इसनूं ਅਸੀਂ आंसर ਨੂੰ ਇਸ ਤਰ੍ਹਾਂ नहीं ਛੱਡ ਦੇਣਾ, ਤੁਸੀਂ ਕੀ ਕਰਨਾ ਇੱਥੇ 88 अंदर रखना है, 21 बाहर रखना है। इसनूं ਅਸੀਂ डिवाइड कर देंगे, 21 4 ਦਾ 84, 8 ਚੋਂ 4 गए 4। ਹੁਣ 21 ਦੇ ਟੇਬਲ 'ਚ ਦੇਖੋ 4 ਨਹੀਂ ਆਉਂਦਾ, ਅਸੀਂ ਇੱਥੇ ਕੀ ਕਰਾਂਗੇ, ਇੱਥੇ ਪੁਆਇੰਟ ਲਗਾਵਾਂਗੇ, ਇੱਥੇ 0 ਲਗਾਵਾਂਗੇ। फिर 21 1 ਦਾ 21, 10 ਚੋਂ 9, फिर अपने आप 0 लगावांगे, 21 9 ਦਾ 89, ठीक है जी। फिर 10 ਚੋਂ 9 ਗਏ 1, ਦੇਖੋ ਅੱਗੇ ਸਾਨੂੰ ਕਰਨ ਦੀ ਲੋੜ ਨਹੀਂ, ਸਾਨੂੰ ਸਿਰਫ ਇੱਥੇ 2 ਡਿਜਿਟ ਹੀ ਚਾਹੀਦੇ ਹੁੰਦੇ ਆ, 4.19। ਸੋ ਇੱਥੇ ਇਹਦੇ ਫਾਈਨਲ ਆਨਸਰ ਕੀ ਦਵਾਂਗੇ, 4.19 ਸੈਂਟੀਮੀਟਰ ਸਕੁਅਰ। ਦੇਖੋ ਸਟੂਡੈਂਟ, ਜਦੋਂ ਤੁਹਾਨੂੰ ਏਰੀਆ ਕੱਢਣ ਦੀ ਗੱਲ ਕਰੂਗਾ ਤਾਂ ਤੁਸੀਂ ਹਮੇਸ਼ਾ ਜੋ ਵੀ ਉਹਨੇ ਸੈਂਟੀਮੀਟਰ ਜਾਂ ਮੀਟਰ ਨਾਲ ਲਗਾਇਆ ਹੋਊਗਾ ਤੁਸੀਂ ਉੱਥੇ ਸਕੁਅਰ ਲਗਾਉਣਾ ਹੈ। जब ਤੁਹਾਨੂੰ ਉਹ ਕੋਈ ਵੋਲੀਅਮ ਦੀ ਗੱਲ ਕਰੂਗਾ ਤਾਂ ਤੁਸੀਂ ਉੱਥੇ ਜੋ ਵੀ ਤੁਸੀਂ ਕੱਢਣਾ ਹੋਊਗਾ ਸੈਂਟੀਮੀਟਰ ਜਾਂ ਮੀਟਰ ਦਿੱਤਾ ਹੋਊਗਾ ਤਾਂ ਤੁਸੀਂ ਉੱਥੇ ਕੀ ਲਗਾਉਣਾ ਹੈ, ਕਿਊ ਲਗਾਉਣਾ ਹੈ ਹਮੇਸ਼ਾ। ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ। 11th क्वेश्चन है ਸਾਡੇ ਸਾਹਮਣੇ, ਦੇਖੋ a child has a die whose 6 faces show the letters as given below। ਦੇਖੋ ਸਾਨੂੰ ਕੁਐਸਚਨ 'ਚ ਕੀ ਦੱਸ ਰਿਹਾ ਕਿ ਇੱਕ ਚਾਈਲਡ ਹੈ, ਜਿਵੇਂ ਅਸੀਂ ਲੂਡੋ ਦੀ ਜਿਹੜੀ ਸਾਡੇ ਕੋਲ ਗੀਟੀ ਹੁੰਦੀ ਆ ਉਸ ਨੂੰ ਅਸੀਂ ਡਾਈ ਕਹਿ ਦਿੰਦੇ ਆ, ਠੀਕ ਹੈ। ਉਸ ਦੇ ਵਿੱਚ 6 ਫੇਸਿਸ ਨੇ, ਸ਼ੋ ਦਾ ਲੈਟਰ, ਇਹ ਲੈਟਰ ਜਿਹੜੇ ਨੇ ਸਾਡੇ ਕੋਲ ਇੱਥੇ ਦਿੱਤੇ ਹੋਏ ਨੇ ਜਿਹੜੇ ਉਹ ਸ਼ੋ ਹੁੰਦੇ ਨੇ। ਤਾਂ ਕੁਐਸਚਨ ਕੀ ਪੁੱਛ ਰਿਹਾ ਸਾਨੂੰ, ਦਾ ਡਾਈ ਇਜ਼ ਥਰੋਨ ਵਾਂਸ, ਇੱਕ ਵਾਰੀ ਕਹਿੰਦਾ ਡਾਈ ਜਿਹੜੀ ਆ ਉਹ ਥਰੋਨ ਕੀਤੀ ਗਈ। ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ, ਕਹਿੰਦਾ ਕੀ ਸੰਭਾਵਨਾ ਹੈ, ਪ੍ਰੋਬੇਬਿਲਿਟੀ ਦੀ ਸੰਭਾਵਨਾ ਹੈ, ਕੀ ਸੰਭਾਵਨਾ ਹੈ A ਦੇ ਆਉਣ ਦੀ, ਠੀਕ ਹੈ। ਐਂਡ ਕੀ ਸੰਭਾਵਨਾ ਹੈ ਜਾਂ ਕੀ ਪ੍ਰੋਬੇਬਿਲਿਟੀ ਹੈ D ਦੇ ਆਉਣ ਦੀ। ਸੋ ਇੱਥੇ ਸਭ ਤੋਂ ਪਹਿਲਾਂ ਲਿਖਾਂਗੇ, ਦੇਖੋ ਟੋਟਲ ਨੰਬਰ ਆਫ ਫੇਸਿਸ ਔਨ ਦਾ ਡਾਈ इज इक्वल टू 6। फिर लिखांगे नंबर ऑफ फेसिस हैविंग A on it is equal to A ਦੇ ਉੱਪਰ ਸਾਨੂੰ ਕਿੰਨੇ ਫੇਸ ਦਿਖ ਰਹੇ ਆ, ਦੇਖੋ A ਕਿੰਨੀ ਵਾਰ ਸ਼ੋ ਹੋ ਰਿਹਾ, 1 and 2। ਇੱਥੇ ਲਿਖਾਂਗੇ ਅਸੀਂ 2, ਸੋ ਅਸੀਂ ਲਿਖਾਂਗੇ ਇੱਥੇ probability getting A is equal to, ਇੱਥੇ ਫਾਰਮੂਲਾ ਲਿਖਾਂਗੇ ਨੰਬਰ ऑफ फेसिस हैविंग A अपॉन टोटल नंबर, ठीक है जी। नंबर ऑफ फेसिस हैविंग A ਕਿੰਨੀ ਹੈ ਸਾਡੇ ਕੋਲ 2 अपॉन टोटल नंबर है ਸਾਡੇ ਕੋਲ 6। ਇਹਦੀ ਅਸੀਂ ਕਟਿੰਗ ਕਰਾਂਗੇ, 2 1 ਦਾ 2 3 ਦਾ is equal to 1 upon 3। ਪ੍ਰੋਬੇਬਿਲਿਟੀ ਆ ਗਈ ਇਸ ਦੀ A ਦੀ 1 upon 3। ਸੋ ਇਸੇ ਤਰੀਕੇ ਨਾਲ ਦੇਖੋ, ਪ੍ਰੋਬੇਬਿਲਿਟੀ ਗੈਟਿੰਗ D ਇਸ ਦੀ ਕੀ ਆਏਗੀ 1 upon 6, ਕਿਉਂਕਿ ਨੰਬਰ ਆਫ ਫੇਸਿਸ ਕਿੰਨੇ ਨੇ 1, ਸਾਨੂੰ D ਜਿਹੜਾ ਉਹ 1 ਵਾਰੀ ਸ਼ੋ ਹੋ ਰਿਹਾ, ਟੋਟਲ ਨੰਬਰ ਨੇ 6, ਸੋ ਆਨਸਰ ਆ ਗਿਆ ਇਸ ਦਾ 1 upon 6। ਸੋ A ਦੀ ਪ੍ਰੋਬੇਬਿਲਿਟੀ ਆ ਗਈ ਸਾਡੇ ਕੋਲ 1 upon 3 and D ਦੀ ਪ੍ਰੋਬੇਬਿਲਿਟੀ ਆ ਗਈ ਸਾਡੇ ਕੋਲ 1 upon 6। ਪਹਿਲਾ ਕੁਐਸਚਨ ਹੈ ਸਾਡੇ ਕੋਲ, find the roots of 3x square minus 5x plus 2 is equal to 0 is if they exist। if they exist ਇੱਥੇ ਕਿਉਂ ਲਿਖਿਆ, ਦੇਖੋ ਇਸ ਕੁਐਸਚਨ ਨੂੰ ਸੋਲਵ ਕਰਦੇ ਹਾਂ। ਪਹਿਲਾਂ ਇੱਥੇ ਇਕੁਏਸ਼ਨ ਲਿਖ ਲਾਂਗੇ 3x square minus 5x plus 2, ਠੀਕ ਹੈ। ਉਸ ਇੱਥੇ ਫਾਰਮੂਲਾ ਲਗਾਵਾਂਗੇ ਪਹਿਲਾਂ, D is equal to b square minus 4ac, ठीक है। इस इक्वेशन से देखो A B and C, देखो A की वैल्यू साढ़े को 3, B की वैल्यू -5 and C की वैल्यू 2। देखो -5 का तुसीं ध्यान जरूर रखना कि इधर जो नीचे जो अगे साइन लग्या हुंदा वो तुसीं जरूर लगाउणा। इत्थे असीं पुट कर दांगे, देखो D इज इक्वल टू B की वैल्यू -5 दा स्क्वायर -4 A की वैल्यू 3 C की वैल्यू 2, ठीक है जी। फिर D इज इक्वल टू -5 का स्क्वायर मींस -5 मल्टीप्लाई -5, 5 दा 25 माइनस प्लस, तो इत्थे आंसर आ जाएगा 25 माइनस 4 3 दा 12, 12 2 दा 24। हुण D की वैल्यू की आएगी 25 दे विचों 24 माइनस कीता तो आंसर आ गया साडे कोल 1, तो D की वैल्यू होगी साडे कोल 1। तो इट मींस की होया कि इहदे हुण रूट फाइंड होणगे या नहीं होणगे। देखो स्टूडेंट ये तुसीं याद रख लेना कि जे तां देखो इस दे विच -1 आ जांदी वैल्यू, फिर तां ये नो रियल रूट होना सी, ठीक है जी। इसदे फाइंड आउट नहीं होणगे। हुण प्लस दे विच आई है तो इसका मतलब की होया कि इसदे जिहड़े रूट ने फाइंड आउट होणगे। देखो स्टूडेंट जो भी सैंपल पेपर दे विच क्वेश्चन दिते हुए ने ना उन्होंने बहुत सोच समझ के दिते ने, इसके डिजिट चेंज हो सकते हैं पर क्वेश्चन पेपर इस तरीके का ही तुहानूं बन के आएगा। सो इस क्वेश्चन पेपर की तुसीं चंगी तरह तैयारी कर लो, और जो क्वेश्चन तुहानूं समझ नहीं आउंदा तुसीं मैनूं कमेंट करके भी पूछ सकते हो। इसनूं तुसीं नोट डाउन कर लो, मैं इत्थे रेज कर रहा। फिर इस बार नैक्सट असीं दूजा फार्मूला ला के इसनूं सॉल्व करना है। हुण इत्थे असीं फार्मूला लगावांगे इसदे रूट कड्ढण लई, x इज इक्वल टू -b प्लस माइनस अंडर रूट b स्क्वायर -4ac अपॉन। हुण देखो स्टूडेंट इत्थे की करना, देखो पहला तुसीं b की वैल्यू देखनी है कि कितनी है साडे कोल, देखो -5, ठीक है। उसी पहला पुट करती।
ਹੁਣ ਇਸ ਨੂੰ ਤੁਸੀਂ ਬ੍ਰੈਕਟ 'ਚ ਰੱਖੋਗੇ ਕਿਉਂਕਿ ਜਿਹੜਾ ਫਾਰਮੂਲੇ ਵਾਲਾ ਮਾਈਨਸ ਹੈ ਉਹ ਵੀ ਤੁਸੀਂ ਇੱਥੇ ਜ਼ਰੂਰ ਲਗਾਉਣਾ ਹੈ। ਠੀਕ ਹੈ, ਕਈ ਵਾਰ ਸਟੂਡੈਂਟ ਇੱਥੇ ਮਿਸਟੇਕ ਕਰ ਦਿੰਦੇ ਨੇ, ਉਹ ਮਾਈਨਸ ਦੀ ਵੈਲਿਊ ਲਗਾਉਣਾ ਭੁੱਲ ਜਾਂਦੇ ਨੇ। ਪਲੱਸ ਮਾਈਨਸ ਅੰਡਰ ਰੂਟ, ਹੁਣ ਦੇਖੋ ਇਹ b ਸਕੁਅਰ ਮਾਈਨਸ 4ac ਦੀ ਵੈਲਿਊ ਅਸੀਂ ਕੱਢੀ ਸੀ, ਕਿੰਨੀ ਆਈ ਸੀ ਸਾਡੇ ਕੋਲ 1, तो ਉਹ ਅਸੀਂ ਇੱਥੇ ਪੁੱਟ ਕਰ ਦੇਣੀ ਹੈ ਅਪੋਨ 2a ਦੀ ਵੈਲਿਊ ਕਿੰਨੀ ਸਾਡੇ ਕੋਲ 3, ਇੱਥੇ ਮਲਟੀਪਲਾਈ ਪਾ ਕੇ ਲਿਖਾਂਗੇ 3 ਕਿਉਂਕਿ ਦੇਖੋ ਇਹ 2 ਔਰ a ਦੇ ਵਿੱਚ ਕੋਈ ਸਾਈਨ ਨਹੀਂ, ਇਟ ਮੀਨਸ ਕਿ ਅਸੀਂ ਮਲਟੀਪਲਾਈ ਮੰਨਾਂਗੇ ਤਾਂ 2 ਮਲਟੀਪਲਾਈ 3। ਸੋ ਇਹਨੂੰ ਸੋਲਵ ਕਰਦੇ ਹਾਂ। x इज इक्वल टू माइनस माइनस प्लस प्लस हो जाएगा प्लस माइनस अंडर रूट 1 नीचे आ जाएगा साढ़े को 6। सो देखो स्टूडेंट रूट 1 ਦਾ ਸੋ ਦੇਖੋ ਸਟੂਡੈਂਟ 1 ਦਾ रूट ਕੀ ਹੋਇਆ 1, ਸੋ ਇਸ ਨੂੰ ਸੋਲਵ ਕਰਾਂਗੇ 5 प्लस माइनस 1 अपॉन 6। ਹੁਣ ਦੇਖੋ ਇਹ ਪਲੱਸ ਮਾਈਨਸ ਇੱਥੇ ਕੀ ਮਤਲਬ ਹੈ, ਇਟ ਮੀਨਸ ਕੀ ਹੈ ਕਿ ਇੱਕ ਵਾਰੀ ਸਾਡੇ ਕੋਲੇ ਵੈਲਿਊ ਜਿਹੜੀ ਹੈ ਪਲੱਸ ਦੇ ਵਿੱਚ ਲਿਖਣੀ ਹੈ, ਦੇਖੋ ਜਿਵੇਂ 5 प्लस 1 अपॉन 6 ਐਂਡ ਇੱਕ ਵਾਰੀ ਤੁਸੀਂ ਇਹ ਵੈਲਿਊ ਜਿਹੜੀ ਆ ਮਾਈਨਸ ਦੇ ਵਿੱਚ ਲਿਖਣੀ ਹੈ। ਠੀਕ ਹੈ ਜੀ, 5 प्लस 1 6 6 अपॉन 6, ਇਸ ਨੂੰ ਕਟਿੰਗ ਹੋ ਜਾਏਗੀ, ਆਨਸਰ ਆ ਜਾਏਗਾ ਸਾਡੇ ਕੋਲ 1। ਇੱਧਰ ਕੀ ਹੋਏਗਾ ਸਾਡੇ ਕੋਲ 5 ਚ 1 ਗਏ 4 अपॉन 6, 2 2 ਦਾ 4, 2 3 ਦਾ 6, ਇੱਧਰ ਆ ਗਈ ਸਾਡੇ ਕੋਲ ਵੈਲਿਊ 2 अपॉन 3। ਸੋ ਸਾਡੇ ਕੋਲ ਦੋ ਵੈਲਿਊ ਆ ਗਈਆਂ, ਦੇਖੋ x is equal to 1 and 2 upon 3, ਇਹ ਸਾਡੇ ਕੋਲ ਇਸ ਦੇ ਰੂਟਸ ਫਾਈਂਡ ਆਊਟ ਹੋ ਗਏ। ਨੈਕਸਟ ਕੁਐਸਚਨ ਦੇ ਵਿੱਚ ਦੇਖੋ 12 ਦਾ ਹੀ ਸਾਡੇ ਕੋਲ ਔਰ ਪਾਰਟ ਹੈ, find the root of equation x plus 1 upon x is equal to 3। ਦੇਖੋ ਸਟੂਡੈਂਟ ਇਹ ਕੁਐਸਚਨ ਸੋਲਵ ਕਰਨ ਲਈ ਅਸੀਂ ਕੀ ਕਰਾਂਗੇ, ਪਹਿਲਾਂ ਇਸ ਇਕੁਏਸ਼ਨ ਨੂੰ ਅਸੀਂ ਸੈੱਟ ਕਰਕੇ ਇੱਕ ਪੋਲੀਨੋਮੀਅਲ ਦੀ ਇਕੁਏਸ਼ਨ ਬਣਾਵਾਂਗੇ। ਇੱਥੇ ਲਿਖਾਂਗੇ ਸਾਡਾ x plus 1 upon x is equal to 3, x ਦੇ ਨੀਚੇ ਕੁਝ ਨਹੀਂ ਤਾਂ 1, ਇਸ ਦਾ ਐਲਸੀਐਮ ਲਵਾਂਗੇ, ਦੇਖੋ ਕੀ ਆਏਗਾ ਸਾਡੇ ਕੋਲ x, ਕਿਉਂਕਿ 1 ਨੂੰ x ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ ਸਾਡੇ ਕੋਲ x। ਹੁਣ ਇਸ 1 ਦੇ ਟੇਬਲ 'ਚ ਦੇਖਣਾ ਕਿ x ਕਿੱਥੇ ਆਉਂਦਾ ਹੈ, x ਤੇ ਆਇਆ ਔਰ x ਨੂੰ ਵੀ ਉੱਪਰ ਇਹਨਾਂ ਮਲਟੀਪਲਾਈ ਕਰਨਾ ਹੈ ਤਾਂ ਕੀ ਹੋਏਗਾ ਸਾਡੇ ਕੋਲ x ਸਕੁਅਰ। ਇੱਥੇ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਜੇ ਸਾਡੇ ਕੋਲ x ਨੂੰ ਅਸੀਂ x ਨਾਲ ਮਲਟੀਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਕੀ ਬਣ ਜਾਂਦਾ x ਸਕੁਅਰ, और जे तुसीं इस x ਨੂੰ ਹੀ प्लस कर दो x ਦੇ ਨਾਲ ਤਾਂ ਸਾਡੇ ਕੋਲ ਕੀ ਬਣਦਾ 2x। ਸੋ ਇਸੇ ਤਰੀਕੇ ਨਾਲ ਨੈਕਸਟ ਦੇਖੋ x ਦੇ ਟੇਬਲ ਦੇ ਵਿੱਚ x ਕਿੱਥੇ ਆ ਰਿਹਾ 1 ਤੇ 1 ਨੂੰ ਅਸੀਂ ਉੱਪਰ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਕੀ ਆਏਗਾ ਸਾਡੇ ਕੋਲ 1। ਸੈਂਟਰਲ ਸਾਈਨ ਕੀ ਲਗਾਵਾਂਗੇ ਜੋ ਇਹਨਾਂ ਦੋਨਾਂ ਦੇ ਵਿੱਚ ਹੈ ਉਹ ਅਸੀਂ ਇੱਥੇ ਸਾਈਨ ਲਗਾ ਦਾਂਗੇ ਇਜ਼ ਇਕੁਅਲ ਟੂ 3। ਹੁਣ ਇਹਦੇ ਸਾਫ਼-ਸਾਫ਼ ਲਿਖਦੇ ਹਾਂ x ਸਕੁਅਰ ਪਲੱਸ 1 ਅਪੋਨ x ਇਜ਼ ਇਕੁਅਲ ਟੂ 3। ਇਸ x ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, ਜਦੋਂ ਨੀਚੇ ਵਾਲੀ ਵੈਲਿਊ ਦੂਜੀ ਸਾਈਡ ਜਾਂਦੀ ਹੈ ਤਾਂ ਕੀ ਹੁੰਦੀ ਆ ਮਲਟੀਪਲਾਈ ਹੋ ਕੇ ਜਾਂਦੀ ਹੈ। ਠੀਕ ਹੈ ਜੀ, x ਸਕੁਅਰ ਪਲੱਸ 1 ਇਜ਼ ਇਕੁਅਲ ਟੂ x ਨੂੰ 3 ਨਾਲ ਮਲਟੀਪਲਾਈ ਕੀਤਾ ਕੀ ਹੋ ਜਾਏਗਾ ਸਾਡੇ ਕੋਲ 3x। ਹੁਣ ਇਹ 3x ਨੂੰ ਅਸੀਂ ਇਸ ਸਾਈਡ ਲੈ ਕੇ ਆਵਾਂਗੇ, x ਸਕੁਅਰ ਇਸ ਦੇ ਕਿਹੜਾ ਸਾਈਨ ਹੈ ਕੁਝ ਨਹੀਂ ਤਾਂ ਪਲੱਸ ਮੰਨਾਂਗੇ, ਇਸ ਸਾਈਡ ਆ ਕੇ ਮਾਈਨਸ ਹੋ ਜਾਏਗੀ ਮਾਈਨਸ 3x ਪਲੱਸ 1। ਹੁਣ ਇਹ ਸਾਡੇ ਕੋਲ ਕੀ ਹੋਇਆ ਇੱਕ ਸਿੰਪਲ ਪੋਲੀਨੋਮੀਅਲ ਕੁਆਡ੍ਰਿਕ ਇਕੁਏਸ਼ਨ ਜਿਹੜੀ ਹੈ ਸਾਡੇ ਕੋਲ ਬਣ ਕੇ ਆ ਗਈ। ਹੁਣ ਇਹਦੇ ਵਿੱਚ ਅਸੀਂ ਉਹੀ ਜੋ ਅਸੀਂ ਪਹਿਲਾ ਕੁਐਸਚਨ ਦੇ ਵਿੱਚ ਕੀਤਾ ਸੀਗਾ d ਦੀ ਵੈਲਿਊ ਫਾਈਂਡ ਕਰਾਂਗੇ, d ਇਜ਼ ਇਕੁਅਲ ਟੂ b ਸਕੁਅਰ ਮਾਈਨਸ 4ac। ਹੁਣ ਸਾਡੇ ਕੋਲ a ਦੀ ਵੈਲਿਊ ਕਿੰਨੀ ਹੈ, a ਦੀ ਵੈਲਿਊ ਅਸੀਂ ਦੇਖਣ ਲਈ ਕੀ ਕਰਾਂਗੇ x ਸਕੁਅਰ ਦੇ ਨਾਲ ਦੇਖਾਂਗੇ ਕੀ ਹੈ, ਇਸ ਦੇ ਨਾਲ ਕੁਝ ਨਹੀਂ ਤਾਂ ਸਾਡੇ ਕੋਲ ਕੀ ਮੰਨਿਆ ਜਾਏਗਾ 1। b ਦੀ ਵੈਲਿਊ ਕਿੰਨੀ ਹੈ ਇਸ x ਦੇ ਨਾਲ ਦੇਖਾਂਗੇ ਕੀ ਲਿਖਿਆ -3। ਇਸ ਸਾਈਨ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ, ਜੇ ਮਾਈਨਸ ਲੱਗਿਆ ਤਾਂ ਤੁਸੀਂ -3 ਹੀ ਪੁੱਟ ਕਰਨਾ ਹੈ। c ਇਜ਼ ਇਕੁਅਲ ਟੂ ਕੀ ਹੈ 1। तो इस फार्मूले में ਅਸੀਂ पुट कर देंगे b की वैल्यू साडे कोल हैगी है -3 द स्क्वायर -4 a की वैल्यू 1 c की वैल्यू 1। ठीक है जी, हुण -3 का स्क्वायर मतलब की होया कि -3 मल्टीप्लाई -3 3 3 का 9 माइनस माइनस प्लस, सो 9 आ गया -4 9 विचों 4 माइनस कितने आंसर साडे कोल की आया 5। सो साडे कोल d की वैल्यू की आ गई 5। सो नैक्सट इसनूं सॉल्व करने लिए की करांगे स्टूडेंट असीं क्वाड्रिक फार्मूला लगावांगे, वो की हुंदा x इज इक्वल टू -b प्लस माइनस रूट दे विच b स्क्वायर -4ac अपॉन 2a। b की वैल्यू की है स्टूडेंट साडे कोल -3। ठीक है जी, हुण ये जिहड़ा फार्मूले वाला साइन है ये भी तुसीं बाहर जरूर लगाउणा है। हुण इसनूं असीं ब्रैकेट विच बंद कर दांगे प्लस माइनस b स्क्वायर -4ac की वैल्यू साडे कोल आई 5, तो इत्थे पुट कर दांगे 5 अपॉन 2 a की वैल्यू कितनी है 1 माइनस माइनस प्लस हो गया 3 प्लस माइनस अंडर रूट 5 अपॉन 2। देखो 5 का रूट असी नहीं कर सकते तो असी की करांगे 3 प्लस अंडर रूट 5 अपॉन 2 एक वैल्यू असी a लिखांगे। ठीक है जी, एंड सैकेंड लिखांगे 3 माइनस अंडर रूट 5 अपॉन 2। ये साडे कोल दो रूट जिहड़े ने
वो इस तरीके दे बन के आ जाएंगे। इसमें तुसी याद रखना है, इसमें चंगी तरह समझ लो। 13 क्वेश्चन है साडे कोल, फाइंड सम 34 प्लस 32 प्लस 30 प्लस लास्ट विच की है साडे कोल 10। देखो फाइंड सम ਅਸੀਂ फाउंड करना है इत्थे। ਤੁਹਾਨੂੰ पता ही है क्वेश्चन ਜਿਹੜਾ AP ਚੈਪਟਰ ਦੇ ਵਿੱਚੋਂ ਆਇਆ ਹੋਇਆ, ਇਹਦੇ ਵਿੱਚ ਅਸੀਂ ਕੀ ਕਰਨਾ ਹੈ, D फाइंड करना है। D फाइंड ਕਰਨ ਲਈ ਅਸੀਂ ਕੀ ਕਰਨਾ है, A2 A1, ठीक है। सो D इज इक्वल टू A2 की वैल्यू कितनी है साडे कोल 32 माइनस A1 की वैल्यू कितनी है 34। 34 चो 32 माइनस कितने 2, हुण वड्डे के साइन केड़ा है माइनस दा, तो इत्थे आंसर आएगा माइनस दे विच। सो D की वैल्यू आ गई साडे कोल -2। हुण ਅਸੀਂ ਇੱਥੇ ਲਗਾਵਾਂਗੇ an ਦਾ ਫਾਰਮੂਲਾ, an इज इक्वल टू A प्लस ब्रैकेट ਦੇ ਵਿੱਚ n -1 D, ठीक है जी। हुण an ਦੀ वैल्यू कितनी है साडे कोल, an ਦਾ मीनस की है कि लास्ट डिजिट, ठीक है जी। भी लास्ट डिजिट सानू की दिता होया, दिता सानू 10 इज इक्वल टू a दी वैल्यू साडे कोल 34 प्लस n दी वैल्यू ਅਸੀਂ ਇੱਥੇ ਨਹੀਂ ਭਰਨੀ, n -1 d ਦੀ ਵੈਲਿਊ ਕਿੰਨੀ ਹੈ -2। 34 ਨੂੰ ਅਸੀਂ ਦੇਖੋ ਦੂਜੀ ਸਾਈਡ ਲੈ ਕੇ ਜਾਵਾਂਗੇ ਤਾਂ ਵੈਲਿਊ ਸਾਡੇ ਕੋਲ ਮਾਈਨਸ ਦੇ ਵਿੱਚ ਹੋ ਜਾਏਗੀ, 10 - 34 ਇਜ਼ ਇਕੁਅਲ ਟੂ ਉਸ ਸਾਈਡ ਕੀ ਰਹਿ ਗਿਆ n - 1 ਬਾਹਰ ਬ੍ਰੈਕਟ ਦੇ ਵਿੱਚ -2। 34 ਦੇ ਵਿੱਚੋਂ ਦੇਖੋ 10 ਮਾਈਨਸ ਕੀਤਾ ਤਾਂ ਕੀ ਆਇਆ ਸਾਡੇ ਕੋਲ 24। ਵੱਡੇ ਅੱਗੇ ਸਾਈਨ ਕਿਹੜਾ ਹੈ ਮਾਈਨਸ ਦਾ, ਤਾਂ ਇੱਥੇ -2 ਲਗਾਉਣਾ ਹੈ। ਦੇਖੋ ਹੁਣ ਕੀ ਹੋਇਆ ਸਾਡੇ ਕੋਲ, ਇਹ ਜਿਹੜੀ -2 ਦੀ ਵੈਲਿਊ ਲਿਖੀ ਹੈ ਇਹ ਸਾਡੇ ਕੋਲ ਨੀਚੇ ਆ ਜਾਏਗੀ। ਹੁਣ ਨੀਚੇ ਕਿਉਂ ਆਈ ਇਸ ਨੂੰ ਤੁਸੀਂ ਧਿਆਨ ਨਾਲ ਸਮਝ ਲਓ। ਦੇਖੋ ਜਿਵੇਂ ਸਾਡੇ ਕੋਲ ਕੋਈ ਵੈਲਿਊ ਹੋਵੇ 2 ਇਜ਼ ਇਕੁਅਲ ਟੂ 2x, ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿਹੜੀ x ਦੇ ਨਾਲ ਚਿੰਬੜੀ ਹੋਈ ਵੈਲਿਊ ਹੈ ਜਿਨ੍ਹਾਂ ਵਿੱਚ ਕੋਈ ਵੀ ਸਾਈਨ ਨਹੀਂ ਹੈਗਾ, ਇਸ ਨੂੰ ਅਸੀਂ ਕਿਹੜਾ ਸਾਈਨ ਮੰਨਦੇ ਹਾਂ, ਦੇਖੋ ਮਲਟੀਪਲਾਈ ਵਾਲਾ ਸਾਈਨ, ਠੀਕ ਹੈ ਜੀ। ਫਿਰ ਅਸੀਂ ਕੀ ਕਰਦੇ ਹਾਂ ਕਿ ਜਿਹੜੀ ਇਹ ਨਾਲ ਕਿ ਜਿਹੜੇ ਮਲਟੀਪਲਾਈ ਦੇ ਨਾਲ ਡਿਜਿਟ ਲੱਗਿਆ ਹੁੰਦਾ ਇਸ ਨੂੰ ਅਸੀਂ ਦੂਜੀ ਸਾਈਡ ਨੀਚੇ ਲੈ ਜਾਂਦੇ ਹਾਂ, ਠੀਕ ਹੈ ਜੀ। ਹੁਣ ਇੱਥੇ ਵੀ ਕੀ ਹੈ ਦੇਖੋ ਇਹਨਾਂ ਦੋਨਾਂ ਦੇ ਵਿੱਚ ਬ੍ਰੈਕਟਸ ਹੈ, ਬ੍ਰੈਕਟ ਦੇ ਵਿੱਚ ਕਿਹੜਾ ਸਾਈਨ ਹੈ, ਦੋਨੋਂ ਬ੍ਰੈਕਟ ਦੇ ਵਿੱਚ ਕਿਹੜਾ ਸਾਈਨ ਹੈ ਸਾਡੇ ਕੋਲ ਕੋਈ ਵੀ ਨਹੀਂ, ਅਸੀਂ ਕੀ ਮੰਨਾਂਗੇ ਮਲਟੀਪਲਾਈ। ਸੋ ਇਸ ਕਰਕੇ ਅਸੀਂ -2 ਨੂੰ ਨੀਚੇ ਲੈ ਕੇ ਜਾਵਾਂਗੇ, ਮਾਈਨਸ ਖਤਮ ਹੋ ਗਿਆ, 2 1 ਦਾ 2 12 ਦਾ, ਦੇਖੋ 12 ਇਜ਼ ਇਕੁਅਲ ਟੂ ਉਸ ਸਾਈਡ ਕੀ ਰਹਿ ਗਿਆ ਸਾਡੇ ਕੋਲ n - 1। ਹੁਣ ਇਸ -1 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, ਇੱਥੇ ਕੀ ਹੋ ਜਾਏਗਾ -1 ਦੀ ਵੈਲਿਊ ਜਿਹੜੀ ਆ ਸਾਡੇ ਕੋਲ ਕੀ ਹੋ ਜਾਏਗੀ ਪਲੱਸ ਦੇ ਵਿੱਚ ਹੋ ਜਾਏਗੀ, +1 ਇਜ਼ ਇਕੁਅਲ ਟੂ n। ਸੋ ਇੱਥੇ ਆਨਸਰ ਆ ਗਿਆ ਸਾਡੇ ਕੋਲ 13 ਇਜ਼ ਇਕੁਅਲ ਟੂ n। ਸੋ n ਦੀ ਵੈਲਿਊ ਆ ਗਈ ਸਾਡੇ ਕੋਲ 13। ਹੁਣ ਅਸੀਂ ਸਿੰਪਲ ਇਸ ਨੂੰ ਸਮ ਵਾਲਾ ਫਾਰਮੂਲੇ ਦੇ ਵਿੱਚ ਪੁੱਟ ਕਰ ਦਾਂਗੇ। ਸਮ ਵਾਲਾ ਫਾਰਮੂਲਾ ਸਾਡੇ ਕੋਲ Sn ਇਜ਼ ਇਕੁਅਲ ਟੂ n/2a + l। ਇੱਕ ਸਾਡੇ ਕੋਲ ਫਾਰਮੂਲਾ ਇਹ ਵੀ ਹੁੰਦਾ n/2 2a + n - 1d, ਠੀਕ ਹੈ ਜੀ। ਇਹ ਲੈਂਥੀ ਫਾਰਮੂਲਾ, ਇਸ ਨੂੰ ਅਸੀਂ ਸ਼ਾਰਟ ਫਾਰਮੂਲਾ ਕਹਿ ਦਿੰਦੇ ਆ। ਜਦੋਂ ਸਾਡੇ ਕੋਲ ਲਾਸਟ ਡਿਜਿਟ ਦੀ ਵੈਲਿਊ ਪਤਾ ਹੋਵੇ ਤਾਂ ਇੱਥੇ ਅਸੀਂ ਸ਼ਾਰਟ ਫਾਰਮੂਲੇ ਦੇ ਵਿੱਚ ਹੀ ਵੈਲਿਊ ਪੁੱਟ ਕਰਾਂਗੇ। n ਦੀ ਵੈਲਿਊ ਸਾਡੇ ਕੋਲ ਕਿੰਨੀ ਆਈ 13/2, a ਦੀ ਵੈਲਿਊ ਕਿੰਨੀ ਸਾਡੇ ਕੋਲ 34, ਲਾਸਟ ਡਿਜਿਟ ਕਿੰਨਾ ਸਾਡੇ ਕੋਲ 10, ਠੀਕ ਹੈ ਜੀ। 13/2 34 ਦੇ ਵਿੱਚ 10 ਪਲੱਸ ਕੀਤਾ ਤਾਂ ਆਨਸਰ ਆਇਆ ਸਾਡੇ ਕੋਲ 44, ਠੀਕ ਹੈ ਜੀ। 2 ਦੇ ਟੇਬਲ ਦੇ ਵਿੱਚ 44 ਕਿੱਥੇ ਆਇਆ 22 ਤੇ, 22 ਨੂੰ ਜਦੋਂ 30 ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 286। ਸੋ ਸਮ ਆਫ ਡਿਜਿਟ ਸਾਡੇ ਕੋਲ Sn ਦੀ ਵੈਲਿਊ ਕਿੰਨੀ ਬਣ ਕੇ ਆ ਗਈ 286। ਨੈਕਸਟ 13 ਦਾ ਹੀ ਹੋਰ ਪਾਰਟ ਆ ਸਾਡੇ ਕੋਲ, ਹਾਊ ਮੈਨੀ ਮਲਟੀਪਲ ਆਫ 4 ਲਾਈ ਬਿਟਵੀਨ 10 ਐਂਡ 250। ਅਸੀਂ ਕੀ ਦੇਖਣਾ, ਦੇਖੋ ਇੱਥੇ 4 ਦੇ ਮਲਟੀਪਲ ਦੇਖਣੇ ਆ ਅਸੀਂ ਕਿ 10 ਐਂਡ 250 ਦੇ ਵਿੱਚ ਕਿੰਨੇ ਆਉਂਦੇ ਆ, ਠੀਕ ਹੈ ਜੀ। ਹੁਣ ਸਿੰਪਲ ਅਸੀਂ ਕੀ ਕਰਨਾ, ਪਹਿਲਾਂ ਅਸੀਂ ਇਸਦੀ AP ਬਣਾਉਣੀ ਹੈ। AP ਬਣਾਉਣ ਦੇ ਲਈ ਕੀ ਕਰਾਂਗੇ, ਤੁਸੀਂ ਇਹ ਦੇਖਣਾ ਦੇਖੋ ਕਿ 4 ਦੇ ਟੇਬਲ ਦੇ ਵਿੱਚ ਐਸਾ ਡਿਜਿਟ ਦੇਖਣਾ ਜਿਹੜਾ 10 ਤੋਂ ਬਾਅਦ ਐਗਜ਼ੈਕਟ 10 ਤੋਂ ਬਾਅਦ ਆਉਂਦਾ ਹੋਵੇ, ਠੀਕ ਹੈ ਜੀ। ਫਿਰ ਦੇਖਾਂਗੇ 4 ਦੇ ਟੇਬਲ 'ਚ ਕੀ ਆ ਰਿਹਾ ਸਾਡੇ ਕੋਲ 12, 10 ਤੋਂ ਬਾਅਦ ਕੀ ਆ ਰਿਹਾ 12। ਸੋ ਇਸ ਦੇ ਵਿੱਚ ਅਸੀਂ 4 ਹੀ ਪਲੱਸ ਕਰਦੇ ਜਾਣਾ 12, 16, 20। ਫਿਰ ਉਸ ਤੋਂ ਬਾਅਦ ਅਸੀਂ ਲਾਸਟ ਡਿਜਿਟ ਰੱਖਣਾ ਹੈ, ਤਾਂ ਲਾਸਟ ਡਿਜਿਟ ਕੀ ਦੇਖਣਾ ਅਸੀਂ 250 ਤੋਂ ਅਸੀਂ 1 ਮਾਈਨਸ ਕਰਕੇ ਦੇਖ ਲੈਣਾ 249। ਫਿਰ ਅਸੀਂ ਇਸ ਨੂੰ ਦੇਖ ਲੈਣਾ ਕਿ 4 ਦੇ ਟੇਬਲ ਤੇ ਆਉਂਦਾ ਜਾਂ ਨਹੀਂ ਆਉਂਦਾ। ਇਹ 4 ਦੇ ਟੇਬਲ 'ਚ ਨਹੀਂ ਆ ਰਿਹਾ, ਫਿਰ ਅਸੀਂ ਲਿਖਾਂਗੇ 248। ਦੇਖੋ ਇਹ 4 ਦੇ ਟੇਬਲ 'ਚ ਆ ਰਿਹਾ, 4 6 ਦਾ 24, 8 4 2 ਦਾ, ਹਾਂਜੀ ਇਹ 4 ਦੇ ਟੇਬਲ ਦੇ ਵਿੱਚ ਆ ਰਿਹਾ। ਸੋ ਇਹਦਾ ਮਤਲਬ ਲਾਸਟ ਡਿਜਿਟ ਸਾਡੇ ਕੋਲ ਕੀ ਹੋ ਗਿਆ 248। ਹੁਣ ਇੱਥੇ ਅਸੀਂ ਪਹਿਲਾਂ d ਕੱਢਾਂਗੇ, d ਇਜ਼ ਇਕੁਅਲ ਟੂ a2 ਮਾਈਨਸ a1। ਫਿਰ d ਇਜ਼ ਇਕੁਅਲ ਟੂ a2 ਵੈਲਿਊ ਸਾਡੇ ਕੋਲ 16, a1 ਦੀ ਵੈਲਿਊ ਸਾਡੇ ਕੋਲ 12। ਸੋ d ਦੀ ਵੈਲਿਊ ਆ ਗਈ ਸਾਡੇ ਕੋਲ 16 ਚੋਂ 12 ਮਾਈਨਸ ਕੀਤੇ ਤਾਂ ਆਨਸਰ ਆ ਗਿਆ ਸਾਡੇ ਕੋਲ 4। ਸੋ d ਦੀ ਵੈਲਿਊ ਹੋ ਗਈ ਸਾਡੇ ਕੋਲ 4। ਫਿਰ ਇਸ ਨੂੰ ਸਿੰਪਲ ਅਸੀਂ an ਵਾਲਾ ਫਾਰਮੂਲਾ ਲਗਾਵਾਂਗੇ, an ਇਜ਼ ਇਕੁਅਲ ਟੂ a + n - 1d। an ਸਾਡੇ ਕੋਲ ਲਾਸਟ ਡਿਜਿਟ ਕਿੰਨਾ ਆਇਆ 248 ਇਜ਼ ਇਕੁਅਲ ਟੂ a ਦੀ ਵੈਲਿਊ ਸਾਡੇ ਕੋਲ 12 + n - 1, ਬਾਹਰ d ਦੀ ਵੈਲਿਊ ਕਿੰਨੀ ਆਈ ਸਾਡੇ ਕੋਲ 4। ਫਿਰ ਸੇਮ ਉਸੇ ਤਰੀਕੇ ਨਾਲ ਜਿਵੇਂ ਅਸੀਂ ਪਹਿਲਾਂ ਕੁਐਸਚਨ ਕੀਤਾ ਸੀਗਾ 12 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, 248 - 12 ਇਜ਼ ਇਕੁਅਲ ਟੂ n - 1, ਬਾਹਰ ਰਹੇਗਾ ਸਾਡੇ ਕੋਲ 4।
ਇਸ ਤੋਂ -12 ਕੀਤਾ ਤਾਂ ਕੀ ਆ ਸਾਡੇ ਕੋਲ 236/4। ਹੁਣ ਇਸ 4 ਨੂੰ ਅਸੀਂ ਥੱਲੇ ਲੈ ਜਾਾਂਗੇ n-1। ठीक है जी। 4 ਦੇ ਟੇਬਲ ਤੇ ਇਸ ਨੂੰ ਅਸੀਂ ਕਟਿੰਗ ਕਰ ਦਾਂਗੇ, ਕਟਿੰਗ ਕਰਕੇ ਸਾਡੇ ਕੋਲ ਆਨਸਰ ਆਏਗਾ 59। 59 n-1। ਹੁਣ ਇਸ -1 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, 51 + 1 n। ਸੋ 59 ਦੇ ਵਿੱਚ 1 ਪਲੱਸ ਕਰਾਂਗੇ ਤਾਂ ਸਾਡੇ ਕੋਲ ਕੀ ਆਨਸਰ ਆਏਗਾ 60। ਠੀਕ है। सो n ਦੀ ਵੈਲਿਊ ਆ ਗਈ ਸਾਡੇ ਕੋਲ 60। तो ਅਸੀਂ ਇੱਥੇ ਕਹਿ ਸਕਦੇ ਹਾਂ 60 ਮਲਟੀਪਲ लाई बिटवीन 10 and 250। ठीक है जी। 14 क्वेश्चन आई ਸਾਡੇ ਸਾਹਮਣੇ। ਐਨ ਅਬਜ਼ਰਵਰ 1.5 ਮੀਟਰ ਟਾਲ, ਕਹਿੰਦੇ ਇੱਕ ਅਬਜ਼ਰਵਰ ਹੈ ਵੀ ਕੋਈ ਦੇਖਣ ਵਾਲਾ ਹੈ, ਉਹਦਾ ਉਹ ਕੀ ਹੈ ਟਾਲ ਹੈ, ਉਸਦੀ ਲੈਂਥ ਜਿਹੜੀ ਹੈ 1.5 ਮੀਟਰ ਹੈ। ਦੇਖੋ ਜਿਵੇਂ ਇੱਥੇ ਸ਼ੋ ਹੋ ਰਿਹਾ ਸਾਡੇ ਕੋਲ ਵੀ ਕੋਈ ਇੱਥੇ ਖੜਾ ਹੈ, ਉਹ ਅਬਜ਼ਰਵ ਕਰ ਰਿਹਾ is 28.5 मीटर अवे फ्रॉम 28.5 मीटर दूर खड़ा हो अ चिमनी। किस तो खड़ा दूर हो? चिमनी तो। ठीक है जी। चिमनी तो हो दूर खड़ा। देखो ये चिमनी है और एक तो ये 28.5 मीटर जो दूर हो ऑब्जर्व कर रहा है। द एंगल ऑफ एलिवेशन ऑफ द टॉप ऑफ द चिमनी फ्रॉम हर आईज इज 45 डिग्री। देखो जेडे कोई इत्थे कोई देख रहा उसका जेड़ा वो अखां किवें ने टॉप ते ने ऊपर नूं देख रही हैं। ठीक है। सो इत्थे एंगल की बन रहा साडे कोल 45 डिग्री का। फाइंड द हाइट ऑफ द चिमनी। तो तुसी की करना है, ये जो चिमनी है इसकी तुसी हाइट फाइंड करनी है। डी और सी की वैल्यू साडे कोल कितनी है? डी सी इज इक्वल टू 1.5। डी सी देखो इत्थे ऑब्जर्वर खड़ा है, इसकी वैल्यू सानू दित्ती है 1.5 मीटर। बी सी की वैल्यू साडे कोल कितनी है? बी सी की वैल्यू साडे कोल आ गई 28.5 एंड डी ई की वैल्यू कितनी है? 28.5। देखो स्टूडेंट ये बी और सी की वैल्यू साडे कोल 28.5। देखो डी ई इज ए पैरेलल ही है, इसकी लेंथ भी साडे कोल कितनी आऊगी 28.5। फिर इत्थे की करांगे इन ट्रायंगल ए डी ई tan 45 डिग्री इज इक्वल टू ए ई अपॉन डी ई। हुण असीं इत्थे tan ही क्यों लगाया, इसनूं समझण लई देखो असीं देखदे हां पंडित बद्री प्रसाद हर हर बोल। ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀ ਇਹ ਵੈਲਿਊ ਕਿਹੜੀ ਆ ਉਹ tan ਦੀ ਹੈ। ਠੀਕ ਹੈ। tan ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਕਿ p upon d ਹੈ। ਸੋ ਇੱਥੇ ਅਸੀਂ ਸੋਲਵ ਕਰਨ ਦੇ ਲਈ ਸਾਨੂੰ ਕੀ ਕਰਨਾ ਹੈ ae upon de ਲਗਾਉਣਾ ਹੈ। ਠੀਕ ਹੈ। ਸੋ ਇਸ ਕਰਕੇ ae ਦੀ ਵੈਲਿਊ ae ਕੀ ਹੈ ਸਾਡੇ ਕੋਲ p ਹੈ ਐਂਡ ਜਿਹੜੀ de ਕੀ ਹੈ ਸਾਡੇ ਕੋਲ ਉਹ b ਹੈ। ਸੋ ਇਸ ਕਰਕੇ ਅਸੀਂ tan ਦੀ ਵੈਲਿਊ ਵੀ ਅਸੀਂ ਲਵਾਂਗੇ ਇੱਥੇ tan 45 डिग्री 45 डिग्री जो ਇੱਥੇ एंगल बना रहे हैं वो भी ਅਸੀਂ ਇੱਥੇ वैल्यू ਲਵਾਂਗੇ। ਇਸ ਨੂੰ ਸੋਲਵ ਕਰਨ ਦੇ ਲਈ ਦੇਖੋ ਤੁਹਾਨੂੰ ਜਿਹੜੇ ਇਹਦੇ ਫਾਰਮੂਲੇ ਨੇ tan 45 ਦੇ tan 30 डिग्री sin 30 डिग्री ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਠੀਕ ਹੈ। ਤਾਂ ਹੀ ਤੁਸੀਂ ਇਸ ਕੁਐਸਚਨ ਨੂੰ ਅੱਗੇ ਸੋਲਵ ਕਰ ਸਕਦੇ ਹੋ। ਸੋ tan 45 डिग्री ਦਾ ਵੈਲਿਊ ਸਾਡੇ ਕੋਲ ਹੁੰਦੀ ਹੈ 1 ਇਜ਼ ਇਕੁਅਲ ਟੂ AE ਸਾਡੇ ਕੋਲ ਪਤਾ ਨਹੀਂ, DE ਦੀ ਵੈਲਿਊ ਸਾਨੂੰ ਹੈਗੀ ਆ 28.5। ਇਸ ਨੂੰ ਅਸੀਂ ਇਸ ਸਾਈਡ ਲੈ ਜਾਾਂਗੇ, इस साइड जाके मल्टीप्लाई हो जाएगा 28.5 ਨੂੰ 1 ਨਾਲ ਮਲਟੀਪਲਾਈ ਕੀਤਾ ਤੇ ਆਨਸਰ ਆਏਗਾ ਸਾਡੇ ਕੋਲ 28.5 ਇਜ਼ ਇਕੁਅਲ ਟੂ AE। ਹੁਣ ਸਾਡੇ ਕੋਲ ਕੀ ਹੋਇਆ ਇਹ AE ਦੀ ਵੈਲਿਊ ਬਣ ਗਈ ਇਹ ਕਿੰਨੀ ਆ ਸਾਡੇ ਕੋਲ 28.5। ਠੀਕ ਹੈ। ਹੁਣ ਸਿੰਪਲ ਸਾਡੇ ਕੋਲ ਕੀ ਬਚਿਆ BE। ਹੁਣ BE ਕੱਢਣ ਲਈ ਦੇਖੋ ਅਸੀਂ ਕੀ ਕਰਾਂਗੇ ਕਿ AB ਜਿਹੜੀ ਟੋਟਲ ਵੈਲਿਊ ਸਾਡੇ ਕੋਲ AB ਇਜ਼ ਇਕੁਅਲ ਟੂ AE ਪਲੱਸ BE। ਠੀਕ ਹੈ ਜੀ। BE ਦੀ ਵੈਲਿਊ ਸਾਡੇ ਕੋਲ ਹੈਗੀ ਆ AB is equal to AE ਦੀ ਵੈਲਿਊ ਆਈ 28.5 plus BE ਦੀ ਵੈਲਿਊ 1.5। ਸੋ ਇਹਨੂੰ ਅਸੀਂ ਪਲੱਸ ਕਰ ਦਾਂਗੇ। ਠੀਕ ਹੈ ਜੀ। ਪਲੱਸ ਕਰਨ ਦੇ ਵਿੱਚ ਕਈ ਵਾਰ ਸਟੂਡੈਂਟ ਕਨਫਿਊਜ਼ ਹੋ ਜਾਂਦੇ ਨੇ। ਦੇਖੋ ਤੁਸੀਂ ਕੀ ਕਰਨਾ 28.5 ਜਿਹੜਾ ਦੂਸਰਾ ਡਿਜਿਟ ਹੈ ਉਹਦਾ ਅਸੀਂ ਪੁਆਇੰਟ ਪਹਿਲਾਂ ਰੱਖ ਲੈਣਾ। ਪੁਆਇੰਟ ਤੋਂ ਰਾਈਟ ਸਾਈਡ ਕੀ ਲਿਖਿਆ 5, ਪੁਆਇੰਟ ਤੋਂ ਲੈਫਟ ਸਾਈਡ ਕੀ ਲਿਖਿਆ 1। ਫਿਰ ਅਸੀਂ ਉਸੇ ਪਲੱਸ ਕਰਨਾ 5 और 5 10 कैरी हो गया 1 8 1 9 और 10 1 2 और 1 3। सो आंसर आ गया साडे कोल 30 मीटर। स्टूडेंट ਤੁਸੀਂ ਫਾਈਨਲ ਆਨਸਰ ਜ਼ਰੂਰ ਲਿਖ ਕੇ ਦੇ ਕੇ ਆਉਣਾ। ਤੁਸੀਂ ਇਸ ਤਰ੍ਹਾਂ ਨਹੀਂ ਛੱਡ ਦੇਣਾ ਕਿ A ਵੀ 30 ਮੀਟਰ ਆ ਗਿਆ। ਤੁਸੀਂ ਉਹਦੀ ਜੋ ਉਹਨੇ ਪੁੱਛਿਆ ਹਾਈਟ ਆਫ ਚਿਮਨੀ 30 मीटर। 16 क्वेश्चन है देखो साडे कोल अ मेटालिक स्फीयर ऑफ रेडियस 4.2 सेंटीमीटर। देखो ये साडे कोल एक मेटालिक स्फीयर दिता होया इज मेल्टेड एंड मेल्टेड मींस ये पिघल गया and recast into the shape of a cylinder of radius 6 centimeter। ਤਾਂ ਫਿਰ ਕੀ ਹੋਇਆ ਜਦੋਂ ਇਹ ਸ਼ੇਪ ਇਹਨੇ ਕਿਸ ਦੀ ਲਿੱਤੀ ਜਾ ਕੇ ਸਿਲੰਡਰ ਦੀ। ਠੀਕ ਹੈ। ਸਿਲੰਡਰ ਸ਼ੇਪ ਜਾ ਕੇ ਇਸ ਦਾ ਰੇਡੀਅਸ ਬਣ ਗਿਆ ਸਾਡੇ ਕੋਲ 6 ਸੈਂਟੀਮੀਟਰ। ਪਹਿਲਾਂ ਰੇਡੀਅਸ ਕਿੰਨਾ ਸੀਗਾ 4.2 ਫਿਰ ਉਸ ਤੋਂ ਬਾਅਦ ਜਾ ਕੇ ਬਣਿਆ
6 सेंटीमीटर। तो सिंपल है, देखो ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਵੀ ਕੋਈ ਆਬਜੈਕਟ ਜਿਹੜਾ ਚੇਂਜ ਹੁੰਦਾ ਹੈ ਦੈਨ ਕੀ ਹੁੰਦਾ ਹੈ, ਵੋਲੀਅਮ ਜਿਹੜਾ ਉਹਨਾਂ ਦਾ ਸੇਮ ਰਹਿੰਦਾ। ਠੀਕ ਹੈ, ਵੋਲੀਅਮ ਹਮੇਸ਼ਾ ਸੇਮ ਰਹੂਗਾ। ਵੋਲੀਅਮ ਆਫ ਸਫੀਅਰ ਇਜ਼ ਇਕੁਅਲ ਟੂ ਕਿਸਦੇ ਹੋਇਆ, ਵੋਲੀਅਮ ਆਫ ਸਿਲੰਡਰ ਦੇ। ਠੀਕ ਹੈ ਜੀ, ਵੋਲੀਅਮ ਆਫ ਸਫੀਅਰ ਦਾ ਫਾਰਮੂਲਾ ਸਾਡੇ ਕੋਲ 4.3 ਪਾਈ ਆਰ ਕਿਊ ਇਜ਼ ਇਕੁਅਲ ਟੂ ਵੋਲੀਅਮ ਆਫ ਸਿਲੰਡਰ ਦਾ ਫਾਰਮੂਲਾ ਕਿੰਨਾ ਹੋਇਆ, ਪਾਈ ਆਰ ਸਕੁਅਰ ਐਚ। पर लेफ्ट हैंड एंड राइट साइड को वैल्यू सेम होवे तो उत्थे कटिंग हो जाती है, जिवें इत्थे पाई आ राइट साइड, इस साइड भी पाई आ, तो साडे को कटिंग हो जाएगा। सो साडे को की बचा 4.3, आर दी वैल्यू की है साडे को इधर 4.2, क्यू दा मतलब असीं 3 बारी लिखना है, 4.2 मल्टीप्लाई 4.2 इज इक्वल टू इस साइड आर दी वैल्यू की है सिलेंडर दी 6 मल्टीप्लाई 6 एच ਅਸੀਂ फाइंड करना है। देखो स्टूडेंट ਇੱਥੇ ਕੀ ਕਰਨਾ ਤੁਸੀਂ, 4.3 ਮਲਟੀਪਲਾਈ 4.2 पॉइंट ਦੇ ਨੀਚੇ ਕੀ ਹੈ, ਅਸੀਂ ਪੁਆਇੰਟ ਦਾ ਕੀ ਬਣ ਜਾਏਗਾ 1, ਇੱਕ ਡਿਜਿਟ ਹੈ ਤਾਂ 0। ਸੋ ਇਸੇ ਤਰੀਕੇ ਨਾਲ ਅਸੀਂ ਸਾਰਿਆਂ ਦੇ ਨੀਚੇ 10 ਲਗਾ ਦੇਣਾ। ਠੀਕ ਹੈ ਜੀ, ਮਲਟੀਪਲਾਈ ਇਸ 6 ਨੂੰ ਵੀ ਅਸੀਂ ਇਸ ਸਾਈਡ ਲੈ ਕੇ ਆਵਾਂਗੇ, ਇਸ ਸਾਈਡ ਆਏਗਾ ਤਾਂ ਕੀ ਹੋਏਗਾ ਸਾਡੇ ਕੋਲ 1.6। 1.6 ਕੀ ਹੋਏਗਾ, ਕਿਉਂਕਿ ਇਸ ਦੇ ਨੀਚੇ ਕੁਝ ਨਹੀਂ ਤਾਂ 1 ਮੰਨਾਂਗੇ। ਸੋ ਜਦੋਂ ਵੈਲਿਊ ਇਜ਼ ਇਕੁਅਲ ਟੂ ਤੋਂ ਇਸ ਸਾਈਡ ਆਉਂਦੀ ਹੈ ਤਾਂ ਉਹ ਰੈਸਿਪਰੋਕਲ ਹੋ ਕੇ ਆਉਂਦੀ ਹੈ। ਠੀਕ ਹੈ ਜੀ, ਮਲਟੀਪਲਾਈ फिर अगला भी साडे कोल की हो जाएगा 1.6 इक्वल टू एच, ਅਸੀਂ ਉਸ ਸਾਈਡ ਰੱਖਾਂਗੇ ਕਿਉਂਕਿ एच ही ਅਸੀਂ फाइंड करना है। देखो किस दी कटिंग हो सकती है, 3 ਦੇ ਟੇਬਲ 'ਚ 42 ਕਿੱਥੇ ਆਇਆ 14 ਤੇ, ਫਿਰ 6 ਨਾਲ ਕਟਿੰਗ ਕਰ ਦਾਂਗੇ, 3 2 ਦਾ 3 14 ਦਾ 2 7 ਦਾ। ਇਸੇ ਤਰੀਕੇ ਨਾਲ 6 ਦੇ ਟੇਬਲ 'ਚ 42 ਕਿੱਥੇ ਆ ਰਿਹਾ 7 ਤੇ। ਹੁਣ ਅਸੀਂ ਕੀ ਕਰਨਾ ਹੈ, ਇਹ ਨੀਚੇ ਵਾਲੇ ਜਿਹੜੇ 10 ਨੇ ਉਹਨੂੰ ਅਸੀਂ ਐਜ਼ ਇਟ ਇਜ਼ ਬਚਾ ਕੇ ਰੱਖਣਾ ਹੈ, ਕਿਉਂਕਿ ਇਹ ਸਿੰਪਲ ਜਿਹੜੇ ਸਾਡੇ ਪੁਆਇੰਟ ਲਾਉਣ ਦੇ ਕੰਮ ਆਉਂਦੇ ਨੇ। ਠੀਕ ਹੈ ਜੀ, ਤੁਸੀਂ ਇਸ ਦੀ ਕਟਿੰਗ ਨਹੀਂ ਕਰਨੀ। देखो ऊपर की है साडे कोल 4 14 7 एंड 7, इसमें ਅਸੀਂ ਮਲਟੀਪਲਾਈ ਕਰ ਦੇਣਾ। 4 ਨੂੰ 14 ਨਾਲ ਕਰਨਾ ਹੈ, 4 ਨੂੰ 14 ਨਾਲ ਕਰਕੇ ਕਿੰਨਾ ਆਨਸਰ ਆਏਗਾ ਸਾਡੇ ਕੋਲ 56। 7 ਨੂੰ 7 ਨਾਲ ਕਿੰਨਾ ਆਨਸਰ ਆਇਆ ਸਾਡੇ ਕੋਲ 49। ਹੁਣ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋਗੇ ਆਨਸਰ ਆ ਜਾਏਗਾ ਸਾਡੇ ਕੋਲ 2744। ਠੀਕ ਹੈ ਜੀ, 2744 अपॉन 1। देखो कितने जीरो हो गई 1 2 एंड 3 ਤੇ 3 0 ਲਗਾ ਦੇਣੀ ਹੈ। और 3 0 ਦਾ ਮਤਲਬ ਕੀ ਹੈ ਕਿ ਤੁਸੀਂ 3 ਡਿਜਿਟ ਛੱਡ ਕੇ ਪੁਆਇੰਟ ਲਗਾਉਣਾ ਹੈ। ਦੇਖੋ 1 2 एंड 3 ਪੁਆਇੰਟ ਲੱਗ ਗਿਆ ਇੱਥੇ 2.744 ਸੈਂਟੀਮੀਟਰ। ਇਹ ਕੀ ਆ ਗਈ ਸਾਡੇ ਕੋਲ h ਦੀ ਵੈਲਿਊ ਆ ਗਈ ਸਾਡੇ ਕੋਲ 2.744 ਸੈਂਟੀਮੀਟਰ। ਨੈਕਸਟ 16 ਦਾ ਹੀ ਦੇਖੋ ਹੋਰ ਪਾਰਟ ਆ ਸਾਡੇ ਕੋਲ, ਮੈਚਿੰਗ ਦਿੱਤੀ ਹੋਈ ਆ ਕਿ ਵੋਲਿਊਮ ਆਫ ਕੋਨ ਦਾ ਕੀ ਫਾਰਮੂਲਾ ਹੋਏਗਾ। ਦੇਖੋ ਵੋਲਿਊਮ ਆਫ ਕੋਨ ਦਾ ਫਾਰਮੂਲਾ ਹੋਏਗਾ ਸਾਡੇ ਕੋਲ 1/3 पाई r स्क्वायर h। वॉल्यूम ऑफ सिलेंडर ਦਾ ਕੀ ਹੋਏਗਾ ਸਾਡੇ ਕੋਲ पाई r स्क्वायर h। वॉल्यूम ऑफ हेमिस्फीयर ਦਾ ਕੀ ਹੋਏਗਾ 2.3 पाई r क्यू एंड CSA ऑफ सिलेंडर ਕੀ ਹੋਏਗਾ ਸਾਡੇ ਕੋਲ 2 पाई r h। ਨੈਕਸਟ ਸਾਡੇ ਸਾਹਮਣੇ ਹੈ ਜੀ ਸੈਕਸ਼ਨ C, ਇਹਦੇ ਵਿੱਚ 17 ਕੁਐਸਚਨ ਹੈ ਸਾਡੇ ਸਾਹਮਣੇ। ਪ੍ਰੂਫ ਦਾ ਸਟੇਟਮੈਂਟ ਗਿਵਨ ਇਨ ਅ ਰਾਈਟ ਐਂਗਲ ਟ੍ਰਾਇੰਗਲ the square of the hypotenuse is equal to the sum of the square of the other two sides। देखो स्टूडेंट ये थ्योरम है साडे कोल 6.8 10th क्लास दे विच इन अ राइट एंगल ट्रायंगल। देखो राइट एंगल ट्रायंगल साडे सामने शो किया होया। ठीक है जी, the square of the hypotenuse is equal। hypotenuse केड़ी साइड है, देखो ये BC है साडे कोल की है hypotenuse। ठीक है, ए की है AB की है परपेंडिकुलर एंड AC की है साडे कोल बेस। ठीक है, इज इक्वल टू द सम ऑफ द स्क्वायर ऑफ अदर टू साइड्स। कहने ਜਿਹੜੀ ਇਹ ਹਾਈਪੋਟੈਨਸ ਹੈ ਇਹ ਜਿਹੜੀ ਬਾਕੀ ਦੋ ਸਾਈਡਸ ਨੇ P ਐਂਡ B ਉਹਨਾਂ ਦਾ ਸਕੁਅਰ ਕਰਕੇ ਤੇ ਸਮ ਕਰਕੇ ਜਿਹੜਾ ਆਨਸਰ ਆਏਗਾ ਉਹ ਹੋਏਗਾ ਹਾਈਪੋਟੈਨਸ ਦੇ ਇਕੁਅਲ ਹੋਏਗਾ। ਠੀਕ ਹੈ ਜੀ, ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਇਥਾਗੋਰਸ ਥਿਓਰਮ ਕੀ ਹੁੰਦੀ ਹੈ ਸਾਡੇ ਕੋਲ h ਸਕੁਅਰ P ਸਕੁਅਰ B ਸਕੁਅਰ। ठीक है जी, ਹੁਣ h ਕੀ ਹੈ ਸਾਡੇ ਕੋਲ ਇੱਥੇ BC ਇਸ ਦਾ ਸਕੁਅਰ P ਕੀ ਹੈ ਸਾਡੇ ਕੋਲ AB ਦਾ ਸਕੁਅਰ प्लस B की है साडे कोल AC दा स्क्वायर। ठीक है, हुण असीं इत्थे की कीता, इत्थों असीं ड्रान कर लिया। देखो पहला A तो लैके D तक परपेंडिकुलर जिहड़ा इत्थे असीं ड्रान कर लिया। ठीक है जी, फिर इत्थे जदों ड्रान कीता तां की होया, जिहड़ी लाइन आ साडे कोल परपेंडिकुलर हो गई, इस करके असीं परपेंडिकुलर दा साइन बनाया होया इत्थे। एंड होर की होया साडे कोल, देखो ट्रायंगल ABC सिमिलर ट्रायंगल ABD एंड सिमिलर ट्रायंगल ADC। देखो साडे कोल 3 ट्रायंगल बन गए, एक तो बड़ा हो गया ABC, ये सिमिलर हो गया किसदे ABD दे एंड ADC दे। ठीक है जी, इत्थे मैं तुहानू पिक्चर बना के दिखा देना एक बारी। देखो स्टूडेंट ये मैं तुहानू अलग अलग पिक्चर इत्थे बना के तुहानू शो करता। ABC अलग असीं कढ लई इत्थे एंड ADB
अलग कट ली। ਅਸੀਂ ਕੀ ਕਰਾਂਗੇ, ਪਹਿਲਾਂ ਇੱਥੇ ਦੇਖੋ ਪਰਪੈਂਡੀਕੂਲਰ ਦੇਖਾਂਗੇ ਦੋਨੋਂ ਸਾਈਡ ਦੇ। ਹੁਣ ABC ਦੇ ਵਿੱਚ ਦੇਖੋ ਇਹਦਾ ਪਰਪੈਂਡੀਕੂਲਰ ਕੀ ਹੈ, ਅਸੀਂ ਲਿਖਾਂਗੇ AB ਅਪੋਨ ਐਂਡ ABD ਦੇ ਵਿੱਚ ਪਰਪੈਂਡੀਕੂਲਰ ਕੀ ਆ, BD। ਠੀਕ ਹੈ ਜੀ, BD ਨੀਚੇ ਲਿਖ ਦਾਂਗੇ ਇਜ਼ੀਕਲ ਟੂ, ਫਿਰ ਅਸੀਂ ਦੇਖਣਾ H, ਦੋਨਾਂ ਦੇ H ਦੀ ਵੈਲਿਊ ਦੇਖਣੀ ਹੈ। H ਕੀ ਹੈ ਸਾਡੇ ਕੋਲ, ABC ਦੇ ਵਿੱਚ H ਕੀ ਹੈ, BC ਅਪੋਨ ABD ਦੇ ਵਿੱਚ H ਕੀ ਹੈ, AB। ठीक है जी, ਹੁਣ ਕੀ ਕਰਨਾ, ਇਸ ਨੂੰ ਇੱਥੇ ਕ੍ਰੋਸ ਕਰ ਦੇਣਾ ਹੈ। AB ਮਲਟੀਪਲਾਈ AB ਇਜ਼ ਇਕੁਅਲ ਟੂ BC ਮਲਟੀਪਲਾਈ BD। AB ਮਲਟੀਪਲਾਈ AB ਇਜ਼ ਇਕੁਅਲ ਟੂ ਕੀ ਹੋ ਗਿਆ, AB ਸਕੁਅਰ ਇਜ਼ ਇਕੁਅਲ ਟੂ BC ਮਲਟੀਪਲਾਈ BD। ਇਹ ਸਾਡੇ ਕੋਲ ਬਣਾ ਲੈਣੀ ਇਕੁਏਸ਼ਨ ਅਸੀਂ ਫਸਟ। ਪਹਿਲਾਂ ਅਸੀਂ ਇੱਥੇ ਦੇਖੋ ਦੋ ਟ੍ਰਾਇੰਗਲ ਲਏ ਸੀਗੇ ABC ਐਂਡ ABD, ਇਹਦੇ ਵਿੱਚ ਦੇਖਿਆ ਸੀ। ਹੁਣ ਅਸੀਂ ਲਵਾਂਗੇ ਇੱਥੇ ਦੇਖੋ ਟ੍ਰਾਇੰਗਲ ABC ਐਂਡ ट्रायंगल ADC। ठीक है, ABC एंड ADC इसकी फिगर ਅਸੀਂ ਡਰਾਉਣ ਕਰ ਲੈਂਦੇ ਆ। ਇਹ ਸਾਡੀ ਫਿਗਰ ਬਣ ਗਈ ਸਾਡੇ ਕੋਲ। ਹੁਣ ਇਹਦੇ ਵਿੱਚ ਕੀ ਦੇਖਣਾ, ਅਸੀਂ ਪਹਿਲਾਂ ਦੋਨੋਂ ਸਾਈਡ ਅਸੀਂ ਕੀ ਦੇਖਣਾ, ਬੇਸ ਦੇਖਣਾ ਦੋਨੋਂ ਦਾ। ਇਸ ਸਾਈਡ ਕੀ ਹੈ ਬੇਸ ABC ਦਾ, AC ਅਪੋਨ ਦੂਜੀ ਸਾਈਡ ਬੇਸ ਕੀ ਆ, DC ਇਜ਼ ਇਕੁਅਲ ਟੂ, ਫਿਰ ਅਸੀਂ ਫਿਰ H ਦੀ ਵੈਲਿਊ ਦੇਖਣੀ ਹੈ। H ਕੀ ਹੈ ABC ਦਾ, BC ਅਪੋਨ, ਹੁਣ ਇਸ ਸਾਈਡ H ਕੀ ਬਣ ਗਿਆ ਸਾਡੇ ਕੋਲ, AC। ਅਸੀਂ ਕੀ ਕਰਾਂਗੇ, ਇੱਥੇ ਕ੍ਰੋਸ ਕਰ ਦਾਂਗੇ। ਦੇਖੋ ਇਸ ਨੂੰ ਕ੍ਰੋਸ ਕਰਕੇ ਸਾਡੇ ਕੋਲ ਕੀ ਵੈਲਿਊ ਆਊਗੀ, AC ਮਲਟੀਪਲਾਈ AC ਇਜ਼ ਇਕੁਅਲ ਟੂ BC ਮਲਟੀਪਲਾਈ DC। AC ਨੂੰ AC ਨਾਲ ਮਲਟੀਪਲਾਈ ਕੀਤਾ ਤਾਂ ਕੀ ਆ ਜਾਏਗਾ ਆਨਸਰ, AC ਦਾ ਸਕੁਅਰ ਇਜ਼ ਇਕੁਅਲ ਟੂ BC ਮਲਟੀਪਲਾਈ DC। ਹੁਣ ਇੱਥੇ ਸਿੰਪਲ ਕੀ ਕਰਾਂਗੇ, ਐਡ ਕਰ ਦਾਂਗੇ ਦੋਨੋਂ ਵੈਲਿਊਜ਼ ਨੂੰ, ਐਡ 1 ਐਂਡ 2। ਠੀਕ ਹੈ ਜੀ, ਇਹ ਸਾਡੇ ਕੋਲ ਸੈਕਿੰਡ ਇਕੁਏਸ਼ਨ ਬਣ ਕੇ ਆ ਗਈ ਜੀ, ਐਡ 1 ਐਂਡ 2। ਦੇਖੋ ਪਹਿਲਾਂ ਅਸੀਂ ਕੀ ਕਰਾਂਗੇ, ਐਡ ਕਰਨ ਲਈ ਅਸੀਂ ਕੀ ਕਰਾਂਗੇ, ਦੇਖੋ ਪਹਿਲਾਂ AB ਸਕੁਅਰ ਇਸ ਦਾ ਲਵਾਂਗੇ, AB ਸਕੁਅਰ ਪਲੱਸ ਫਿਰ ਇਸ ਦਾ AC ਸਕੁਅਰ। ਠੀਕ ਹੈ ਜੀ, AC ਸਕੁਅਰ, फिर इस साइड की वैल्यू फिर दोबारा BC मल्टीप्लाई BD प्लस फिर दूसरी साइड की वैल्यू BC प्लस DC, AB स्क्वायर प्लस AG स्क्वायर फिर एज इट इज लिख लांगे इज इक्वल टू BC एंड, हुण देखो BD एंड DC, देखो BD एंड DC इसनूं प्लस करके साडे कोल की बन गया BC और ब्रैकेट दे विच देखो दोनों च कोई साइन नहीं, इधर की है इत्थे मल्टीप्लाई दा साइन पावांगे इत्थे BC मल्टीप्लाई BC। सो फिर लास्ट विच असीं लिख दांगे फाइनल आंसर AB स्क्वायर AC स्क्वायर इज इक्वल टू BC स्क्वायर। ठीक है, यही असीं प्रूव करना सी कि हाइपोटेनस दा जिहड़ा स्क्वायर है वो इक्वल हुंदा है किस दे, बेस दे स्क्वायर दे प्लस परपेंडिकुलर दे स्क्वायर दे। ठीक है जी, यही असीं इक्वल प्रूव करना सीगा। ਉਹ ਸਾਡੀ ਥਿਊਰਮ ਜਿਹੜੀ ਆ ਬੜੇ ਸਿੰਪਲ ਤਰੀਕੇ ਨਾਲ ਦੇਖੋ ਅਸੀਂ ਇਹਨੂੰ ਸੋਲਵ ਕਰ ਦਿੱਤਾ। ਇਸ ਤਰ੍ਹਾਂ ਮੈਥ ਦੇ ਛੋਟੇ ਛੋਟੇ ਕਨਸੈਪਟਾਂ ਨੂੰ ਬਹੁਤ ਹੀ ਈਜ਼ੀ ਵੇ ਤਰੀਕੇ ਦੇ ਨਾਲ ਸਮਝਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਜੋ ਸਟੂਡੈਂਟ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਉਹ ਵੀ ਆਪਣੇ ਐਗਜ਼ਾਮ ਦੇ ਵਿੱਚ ਵਧੀਆ ਨੰਬਰ ਲੈ ਕੇ ਪਾਸ ਆਊਟ ਹੋ ਸਕਣ। ਨੈਕਸਟ ਕੁਐਸਚਨ ਹੈ ਸਾਡੇ ਕੋਲ 17 ਦਾ ਹੋਰ ਪਾਰਟ ਹੈ। The length of tangents drawn from an external point to a circle are इक्वल। कहने सर्कल के दो टेंजेंट ने एक्सटर्नल पॉइंट तो जड़ियां इक्वल होंदियां। ठीक है, ये तुसी प्रूव करना है। एक है साडे कोल 10.2 दी थ्योरम है। चलो देखते हैं 10.2 दी थ्योरम। देखो ये साडे कोल टेंजेंट्स बनिया हुई हैं PQ एंड PR। ठीक है जी, गिवन की है साडे कोल सर्कल विद सेंटर O एंड टू टेंजेंट्स PQ एंड PR। ठीक है जी, प्रूफ की करना है टू प्रूव PQ इक्वल PR। जिहड़ी दो टेंजेंट्स ने ये इक्वल होनी चाहिए। सब तो पहला की करांगे, कंस्ट्रक्शन कर लांगे। कंस्ट्रक्शन की करांगे, ज्वाइन OQ, O एंड Q नूं ज्वाइन करांगे। देखो इत्थे एंड OP नूं असीं इत्थे ज्वाइन कर लांगे। ठीक है जी, फिर नैक्सट है साडे कोल OR, असीं OR नूं ज्वाइन करना। देखो इत्थे OR नूं असीं इत्थे ज्वाइन कर लिया, असीं कंस्ट्रक्शन कर ली। ਹੁਣ ਅਸੀਂ ਕਰਾਂਗੇ ਇੱਥੇ ਪ੍ਰੂਫ OQ ਪਰਪੈਂਡੀਕੂਲਰ ਹੈ PQ ਤੇ ਐਂਡ OR ਪਰਪੈਂਡੀਕੂਲਰ ਹੈ ਸਾਡੇ ਕੋਲ PR ਤੇ। ਹੁਣ ਜਦੋਂ ਇਹ ਪਰਪੈਂਡੀਕੂਲਰ ਹੁੰਦੇ ਤਾਂ ਕੀ ਹੁੰਦਾ, ਇੱਥੇ 90 ਡਿਗਰੀ ਦਾ ਐਂਗਲ ਬਣਾ ਰਹੇ ਨੇ। ਠੀਕ ਹੈ ਜੀ, ਇਹਦਾ ਰੀਜ਼ਨ ਕੀ ਦਵਾਂਗੇ, ਇੱਥੇ ਰੀਜ਼ਨ ਦਵਾਂਗੇ ਇੱਥੇ ਦੇਖੋ ਰੇਡੀਅਸ ਆਫ ਸਰਕਲ ਪਰਪੈਂਡੀਕੂਲਰ ਟੂ ਟੈਂजेंट ਐਟ ਪੁਆਇੰਟ ਆਫ कांटेक्ट। ठीक है जी, ये असीं दा रीजन दे देंगे। नेक्स्ट असीं लिखांगे देखो ट्रायंगल OPQ एंड OPR। ठीक है जी, हुण इसनूं असीं की करांगे, दो ट्रायंगल नूं असीं कॉन्ग्रुएंट प्रूफ करांगे। कॉन्ग्रुएंट प्रूफ करने लई सब तो पहला असीं की लवांगे,
एंगल ओ क्यू पी इक्वल एंगल ओ आर पी। ठीक है, देखो ओ क्यू पी एंड ओ आर पी हुणे की आ बोथ 90 डिग्री। देखो बोथ 90 डिग्री का एंगल बनाते हैं, इस करके ये इक्वल हो गए। नेक्स्ट ਅਸੀਂ ਲਵਾਂਗੇ OP इक्वल OP। देखो ये OP ਜਿਹੜੀ ਸੈਂਟਰ ਦੇ ਵਿੱਚੋਂ ਲਾਈਨ ਜਾ ਰਹੀ ਹੈ, OP इक्वल OP ਇਹ ਕੀ ਹੈ ਸਾਡੇ ਕੋਲ ਕਾਮਨ ਹੋ ਗਈ। ਐਂਡ ਨੈਕਸਟ ਕੀ ਹੋ ਜਾਏਗਾ ਸਾਡੇ ਕੋਲ OQ इक्वल OR। ਇਹ ਕੀ ਹੈ ਸਾਡੇ ਕੋਲ ਰੇਡੀਅਸ ਆਫ ਸੇਮ ਸਰਕਲ। ਦੋਨੋਂ ਸਰਕਲ ਦੇ ਸੇਮ ਰੇਡੀਅਸ ਨੇ ਸਾਡੇ ਕੋਲ। ਸੋ ਐਂਡ ਦੇ ਵਿੱਚ देयरफॉर ਕੀ ਹੋਏਗਾ ਸਾਡੇ ਕੋਲ देयरफॉर OPQ congruent triangle OPR। ठीक है जी, दोनों ट्रायंगल ਜਿਹੜੇ ਸਾਡੇ ਕੋਲ congruent ਹੋ ਗਏ। ਇਹ ਕਿਹੜੀ ਪ੍ਰੋਪਰਟੀ ਨਾਲ ਹੋਏ ਸਾਡੇ ਕੋਲ RHS। ਜਦੋਂ ਅਸੀਂ congruent ਪ੍ਰੂਫ ਕਰ ਰਹੇ ਹਾਂ ਤਾਂ ਜਦੋਂ ਇਹਨਾਂ ਤਿੰਨਾਂ ਸਾਈਡਾਂ ਨੂੰ ਦੇਖਣ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਵੀ 90 ਡਿਗਰੀ ਵਾਲੀ ਸਾਹਮਣੇ ਆ ਜੇ ਤਾਂ ਤੁਸੀਂ ਕੀ ਕਰਨਾ ਉੱਥੇ RHS ਦੇ ਨਾਲ ਅਸੀਂ ਲਿਖਾਂਗੇ। ਵੈਸੇ ਸਾਡੇ ਕੋਲ ਕ੍ਰਾਈਟੇਰੀਆ ਹੁੰਦਾ ਦੇਖੋ ਜਿਵੇਂ SSS ਸਾਈਡ 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 ਐਂਗਲ। ਠੀਕ ਹੈ, ਇੱਕ ਸਾਡੇ ਕੋਲ ਹੁੰਦਾ ਹੈ RH ਸਾਈਡ RHS। ठीक है, राइट एंगल हाइपोटेन्यूज साइड। ठीक है, जिसਦੇ ਵਿੱਚ ਸਾਡੇ ਕੋਲ ਇੱਕ 90 ਡਿਗਰੀ ਦਾ ਐਂਗਲ ਹੁੰਦਾ ਹੈ। ਸੋ ਇਸ ਕਰਕੇ ਅਸੀਂ ਇਸ ਨੂੰ RHS ਦੇ ਨਾਲ ਪ੍ਰੂਫ ਕਰਾਂਗੇ। ਸੋ ਨੈਕਸਟ ਕੀ ਆ ਜਾਏਗਾ ਸਾਡੇ ਕੋਲ PQ ਇਕੁਅਲ PR। ਇਹ ਕੀ ਹੋ ਗਿਆ ਸਾਡੇ ਕੋਲ ਬਾਏ CPCT। ਠੀਕ ਹੈ ਜੀ, ਸੋ PQ PR ਇਕੁਅਲ ਹੋ ਗਏ। ਇਹੀ ਅਸੀਂ ਪ੍ਰੂਫ ਕਰਨਾ ਸੀਗਾ, ਜਿਹੜੀਆਂ ਟੈਂਜੈਂਟ ਨੇ ਸਾਡੇ ਕੋਲ ਉਹ ਇਕੁਅਲ ਹੋ ਗਈਆਂ। ਜਸਟ ਇਹ ਥਿਓਰਮ ਸੀਗੀ। ਦੇਖੋ 10.2 ਦੀ क्वेश्चन है साडे आई होप ਤੁਹਾਨੂੰ ਇਹਦਾ ਸਰਵੇ ਰਿਗਾਰਡਿੰਗ ਦਾ ਹਾਈਟ ਇਨ ਸੈਂਟੀਮੀਟਰ ਆਫ 51 ਗਰਲਸ ਆਫ ਕਲਾਸ 10th ਆਫ ਸਕੂਲ ਵਾਸ ਕੰਡਕਟਡ ਐਂਡ ਫੋਲੋਇੰਗ ਡਾਟਾ ਵਰ ਆਬਟੇਨਡ। ਕਹਿੰਦਾ ਸਾਡੇ ਕੋਲ ਇੱਕ ਸਰਵੇ ਕੀਤਾ ਗਿਆ 51 ਗਰਲਸ ਦੀ ਹਾਈਟ ਦਾ। ਠੀਕ ਹੈ, ਹੁਣ ਇਸ ਦੇ ਵਿੱਚ ਤੁਸੀਂ ਕੀ ਕਰਨਾ, ਇਸ ਦਾ ਮੀਡੀਅਨ ਫਾਈਂਡ ਕਰਨਾ ਹੈ। ਦੇਖੋ ਸਟੂਡੈਂਟ, ਇਸ ਤਰੀਕੇ ਦੇ ਕੁਐਸਚਨ ਨੂੰ ਸਮਝਣ ਲਈ ਤੁਸੀਂ ਕੀ ਦੇਖਣਾ ਹੈ, ਤੁਸੀਂ ਇਹਦੇ ਵਿੱਚ ਇਹ ਫਾਈਂਡ ਆਊਟ ਕਰਨਾ ਹੈ ਕਿ ਜੋ ਵੀ ਤੁਹਾਨੂੰ ਦਿੱਤਾ ਹੋਇਆ ਇਹ ਨੰਬਰ ਆਫ ਗਰਲਸ, ਇਹ ਜਿਹੜਾ ਇੱਥੇ ਕਾਲਮ ਬਣਾਇਆ ਹੋਇਆ, ਕਿ ਇਹ ਟੇਬਲ ਜਿਹੜਾ ਇਹ ਫ੍ਰੀਕੁਐਂਸੀ ਦਾ ਹੈ ਜਾਂ ਫਿਰ ਕਮਿਊਟੇਟਿਵ ਫ੍ਰੀਕੁਐਂਸੀ ਦਾ। ਇਸ ਨੂੰ ਫਾਈਂਡ ਆਊਟ ਕਰਨ ਲਈ ਤੁਸੀਂ ਕੀ ਦੇਖਣਾ ਹੈ, ਦੇਖੋ ਇੱਥੇ ਤੁਹਾਨੂੰ ਦਿੱਤਾ ਹੈ 51 ਗਰਲਸ। ਠੀਕ ਹੈ, ਔਰ ਇਸ ਦੇ ਜੇ ਲਾਸਟ ਦੇ ਵਿੱਚ ਵੀ ਦੇਖੋ 51 ਲਿਖਿਆ ਤਾਂ ਇਟ ਮੀਨਸ ਕੀ ਆ ਕਿ ਤੁਹਾਨੂੰ ਇਹ ਕਮਿਊਟੇਟਿਵ ਫ੍ਰੀਕੁਐਂਸੀ ਕੱਢ ਕੇ ਦਿੱਤੀ ਹੋਈ ਹੈ। ਠੀਕ ਹੈ, ਤੁਸੀਂ ਹੁਣ ਕੀ ਕਰਨਾ ਹੈ, ਤੁਸੀਂ ਇੱਥੇ ਫ੍ਰੀਕੁਐਂਸੀ ਫਾਈਂਡ ਕਰਨੀ ਹੈ। ਔਰ ਦੇਖੋ ਤੇ ਐਗਜ਼ਾਮਪਲ ਲਈ ਤੁਹਾਨੂੰ ਮੈਂ ਇੱਕ ਦੂਜਾ ਕੁਐਸਚਨ ਵੀ ਦਿਖਾਇਆ ਹੋਇਆ ਨਾਲ, ਜਿਸ ਦੇ ਵਿੱਚ ਉੱਥੇ ਲਿਖਿਆ ਹੋਇਆ ਦੇਖੋ 20 ਹਾਊਸਿਸ। ਠੀਕ ਹੈ, ਐਂਡ ਇੱਥੇ ਨੰਬਰ ਆਫ ਹਾਊਸਿਸ ਦਾ ਟੇਬਲ ਬਣਿਆ ਹੋਇਆ। ਤੁਸੀਂ ਜਦੋਂ ਇਸ ਨੂੰ ਪਲੱਸ ਕਰੋਗੇ ਤਾਂ ਆਨਸਰ ਆਏਗਾ ਤੁਹਾਡੇ ਕੋਲ 20। ਠੀਕ ਹੈ, ਦੇਖੋ ਜੋ ਤੁਹਾਨੂੰ ਕੁਐਸਚਨ ਵਿੱਚ ਦਿੱਤਾ ਹੋਇਆ ਉਹ ਤੁਹਾਡੇ ਕੋਲ 20 ਦਿੱਤਾ ਹੈ, ਔਰ ਇੱਥੇ ਜੋ ਡਿਜਿਟ ਉਸ ਨੂੰ ਪਲੱਸ ਕਰਕੇ 20 ਆ ਰਿਹਾ ਤਾਂ ਇਟ ਮੀਨਸ ਕੀ ਆ, ਤੁਹਾਨੂੰ ਇਹ ਇਸਨੇ ਫ੍ਰੀਕੁਐਂਸੀ ਦਿੱਤੀ ਹੋਈ ਆ ਐਂਡ ਤੁਸੀਂ ਕਮਿਊਟੇਟਿਵ ਫ੍ਰੀਕੁਐਂਸੀ ਜਿਹੜੀ ਹੈ ਉਹ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਆਪਣੇ ਕੁਐਸਚਨ 'ਚ ਦੇਖੋ ਕੀ ਹੈ ਕਿ ਸਾਨੂੰ ਉਸਨੇ ਕਮਿਊਟੇਟਿਵ ਫ੍ਰੀਕੁਐਂਸੀ ਜਿਹੜੀ ਹੈ ਦਿੱਤੀ ਹੋਈ ਹੈ ਔਰ ਅਸੀਂ ਫ੍ਰੀਕੁਐਂਸੀ ਅਸੀਂ ਫਾਈਂਡ ਆਊਟ ਕਰਨੀ ਹੈ। ਫ੍ਰੀਕੁਐਂਸੀ ਫਾਈਂਡ ਕਰਨ ਦੇ ਲਈ ਅਸੀਂ ਕੀ ਕਰਨਾ, ਦੇਖੋ ਜਿਹੜਾ ਪਹਿਲਾ ਡਿਜਿਟ ਹੈ ਉਸ ਨੂੰ ਤਾਂ ਐਜ਼ ਇਟ ਇਜ਼ ਸੇਮ ਲਿਖ ਲੈਣਾ 4। ਫਿਰ ਨੈਕਸਟ ਦੇ ਵਿੱਚ ਅਸੀਂ ਕੀ ਕਰਨਾ, ਇਹ ਜਿਹੜਾ 11 ਹੈ ਇਹਦੇ ਵਿੱਚੋਂ ਅਸੀਂ 4 ਨੂੰ ਮਾਈਨਸ ਕਰ ਦੇਣਾ। 11 ਚੋਂ 4 ਮਾਈਨਸ ਕੀਤਾ ਤਾਂ ਆਨਸਰ ਕੀ ਆ ਜਾਏਗਾ ਸਾਡੇ ਕੋਲ 7। ਠੀਕ ਹੈ, ਫਿਰ ਅਸੀਂ 29 ਚੋਂ 11 ਨੂੰ ਮਾਈਨਸ ਕਰ ਦੇਣਾ। 29 ਮਾਈਨਸ 11 ਇਜ਼ ਇਕੁਅਲ ਟੂ ਆਨਸਰ ਕੀ ਆਏਗਾ ਸਾਡੇ ਕੋਲ 18। ਠੀਕ ਹੈ, ਇਸੇ ਤਰੀਕੇ ਨਾਲ 40 ਚੋਂ 29 ਮਾਈਨਸ ਕਰਾਂਗੇ ਤਾਂ ਕੀ ਆਏਗਾ ਸਾਡੇ ਕੋਲ 11। ਫਿਰ 46 ਚੋਂ 40 ਨੂੰ ਮਾਈਨਸ ਕਰਾਂਗੇ, ਆਨਸਰ ਆਏਗਾ ਸਾਡੇ ਕੋਲ 6। ਐਂਡ ਲਾਸਟ ਦੇ ਵਿੱਚ 51 ਤੋਂ ਵਿੱਚੋਂ ਅਸੀਂ 46 ਮਾਈਨਸ ਕਰਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 5। ਔਰ ਤੁਸੀਂ ਜਿਹੜੇ ਡਿਜਿਟ ਆ ਗਏ ਸਾਡੇ ਕੋਲ 4 7 18 11 6 ਐਂਡ 5, ਇਹਨਾਂ ਨੂੰ ਜਦੋਂ ਤੁਸੀਂ ਪਲੱਸ ਕਰੋਗੇ ਤਾਂ ਆਨਸਰ ਆਏਗਾ ਸਾਡੇ ਕੋਲ 51। ਔਰ ਇਹ ਡਿਜਿਟ ਜਿਹੜੇ ਨੇ ਸਾਡੇ ਕੋਲ ਸੇਮ ਹੋਣੇ ਚਾਹੀਦੇ ਆ। ਠੀਕ ਹੈ ਜੀ, ਹੁਣ ਮੀਡੀਅਨ ਕੱਢਣ ਲਈ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਅਸੀਂ ਲਗਾਵਾਂਗੇ n/2। ਠੀਕ ਹੈ, n ਮੀਨਸ ਜਿਹੜਾ ਸਾਡੇ ਕੋਲ ਨੰਬਰ ਦਿੱਤਾ ਹੋਇਆ ਜਾਂ ਨੰਬਰ ਆਇਆ 51/2, ਇਹ ਡਿਵਾਈਡ 'ਚ ਆ ਗਿਆ। ਇਸ ਨੂੰ ਅਸੀਂ 2 ਨਾਲ ਡਿਵਾਈਡ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 25.5। ਠੀਕ ਹੈ, ਹੁਣ ਅਸੀਂ ਕੀ ਦੇਖਣਾ, ਇਸ ਤੋਂ ਜਸਟ ਬਿਗਰ ਦੇਖਣਾ। ਜਸਟ ਬਿਗਰ ਕਿਹੜਾ ਨੰਬਰ ਆ ਸਾਡੇ ਕੋਲ, ਦੇਖੋ 25 ਦੇ ਵਿੱਚੋਂ ਜਸਟ ਬਿਗਰ ਕੀ ਆ ਸਾਡੇ ਕੋਲ 29। ਦੇਖੋ ਇੱਥੇ ਕੀ ਦਿਖ ਰਿਹਾ ਸਾਨੂੰ 29। तो इट मींस की होया साडे कोल जेहड़ी मिडेन क्लास होगी वो साडे कोल 145 18 एंड 29 वाली साडे कोल मिडेन क्लास। नेक्स्ट ਅਸੀਂ ਪਹਿਲਾਂ ਲਿਖ ਲਾਂਗੇ ਦੇਖੋ मिडेन क्लास इज इक्वल टू 145 150। ठीक है जी, L मींस लोअर लिमिट ये कितनी है साडे कोल 145। इन्हां दोनों ਦੇ ਵਿੱਚੋਂ छोटा ਕਿਹੜਾ ਸਾਡੇ ਕੋਲ 145 ਉਹ ਸਾਡੇ ਕੋਲ ਲੋਅਰ ਲਿमिट हो जाएगी। क्लास साइज मींस H इज इक्वल टू की होएगा साडे कोल 5। क्लास साइज किवें देखदे कि इन्हां दोनों डिजिट दे विच गैप किन्ने डिजिट दा है 5 दा। 145 दे विच 5 प्लस करांगे तो आंसर साडे कोल 150 आंदा है। तो इट मीन साडे कोल H कितना हो गया 5। फ्रीक्वेंसी की है, फ्रीक्वेंसी ਜਿਹੜੀ ਦੇਖਣੀ ਹੈ ਉਸੇ ਇਸੇ ਮਿਡੇਨ ਕਲਾਸ ਦੇ ਵਿੱਚ ਹੀ ਦੇਖਣੀ ਹੈ। ਜਿਹੜੀ ਇੱਥੇ ਸਾਡੇ ਕੋਲ ਅਸੀਂ ਬਣਾ ਕੇ ਆਈ ਹੈ ਉਹ ਹੈਗੀ ਸਾਡੇ ਕੋਲ 18। ਠੀਕ ਹੈ, ਕਮਿਊਟੇਟਿਵ ਫ੍ਰੀਕੁਐਂਸੀ ਕਿੰਨੀ ਹੈ ਸਾਡੇ ਕੋਲ
देखो कम्यूनिटी फ्रीक्वेंसी किवें देखांगे हुण ਅਸੀਂ देखनी है देखो जस्ट इस तो ऊपर वाली ਜਿਹੜੀ 29 ਇਹ ਟੇਬਲ ਦੇ ਵਿੱਚ ਜਿਹੜੀ 29 ਆ ਰਿਹਾ ਇਸ ਤੋਂ ਜਸਟ ਅਸੀਂ ਉੱਪਰ ਦੇਖਣਾ ਹੈ। ਠੀਕ ਹੈ ਜੀ 11 ਇੱਥੇ ਅਸੀਂ ਹੁਣ ਬਸ ਜਸਟ ਸਿੰਪਲ ਫਾਰਮੂਲਾ ਲਗਾਵਾਂਗੇ ਮੀਡੀਅਨ ਦਾ ਮੀਡੀਅਨ ਇਜ਼ ਇਕੁਅਲ ਟੂ L plus N upon 2 minus CF means commutative frequency upon F multiply H। ठीक है जी L की वैल्यू साडे कोल कितनी है 145 plus n upon 2 ਦੀ ਵੈਲਿਊ n upon 2 ਮੀਨਸ ਜੋ ਇਸ ਨੂੰ ਸੋਲਵ ਕਰਕੇ ਸਾਡੇ ਕੋਲ ਆਨਸਰ ਆਇਆ ਸੀਗਾ 25.5। ਠੀਕ ਹੈ ਜੀ ਮਾਈਨਸ ਕਾਊਂਟਰ ਫ੍ਰੀਕੁਐਂਸੀ 11 अपॉन ਫ੍ਰੀਕੁਐਂਸੀ ਕਿੰਨੀ ਹੈ ਸਾਡੇ ਕੋਲ 8 ਮਲਟੀਪਲਾਈ ਕੀ ਹੋ ਜਾਏਗਾ ਸਾਡੇ ਕੋਲ h ਮੀਨਸ 5। ਠੀਕ ਹੈ ਜੀ 145 plus 25.5 ਚੋਂ 11 ਮਾਈਨਸ ਕੀਤੇ ਆ ਆਨਸਰ ਸਾਡੇ ਕੋਲ ਆਏਗਾ 14.5 अपॉन 18 ਮਲਟੀਪਲਾਈ 5 145 plus 14.5 ਨੂੰ ਜਦੋਂ ਅਸੀਂ 5 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਸਾਡੇ ਕੋਲ ਕੀ ਆਏਗਾ 72.5 upon 18। ਠੀਕ ਹੈ ਜੀ 18 ਨੂੰ ਅਸੀਂ 72.5 ਦੇ ਨਾਲ ਡਿਵਾਈਡ ਕਰਾਂਗੇ ਤਾਂ ਆਨਸਰ ਸਾਡੇ ਕੋਲ ਕੀ ਆ ਜਾਏਗਾ 4.02। ਠੀਕ ਹੈ ਜੀ ਇਸ ਨੂੰ ਅਸੀਂ ਪਲੱਸ ਕਰ ਦਾਂਗੇ ਤਾਂ ਸਾਡੇ ਕੋਲ ਫਾਈਨਲ ਆਨਸਰ ਆ ਜਾਏਗਾ 149.02। ਠੀਕ ਹੈ ਜੀ ਇਹ ਸਾਡੇ ਕੋਲ ਮੀਡੀਅਨ ਜਿਹੜਾ फाइनल आंसर साडे कोल 149.2 मीडियन निकल के आया। इत्थे असीं लिखांगे मीडियन हाइट इज इक्वल टू 149.02। ठीक है जी ये फाइनल आंसर हमेशा तुसीं इस तरीके दे नाल ही इसनूं दस के आओ। इसे क्वेश्चन दा और पार्ट एंड लास्ट क्वेश्चन आ साडे कोल द फॉलोइंग टेबल गिव्स द लिटरेसी रेट इन परसेंटेज ऑफ 35 सिटीज फाइंड द मीन लिटरेसी रेट। फाइंड द मीन फाइंड करना है तुसीं देखो मीन फाइंड करने दे लई दो कॉलम सानू दिते हुए ने नैक्सट असीं दो कॉलम बना लांगे एक तां XI दा एक असीं बनावांगे FI XI। XI मीनस XI किवें कटनी है असीं सब तो पहला असीं क्लास साइज कटांगे। देखो क्लास साइज वो किवें देखदे असीं 45 प्लस 55.2 ਜਿਹੜੇ दो डिजिट ਤੁਹਾਨੂੰ ਦਿੱਤੇ ਹੋਣਗੇ। ठीक है जी ਇਹਨਾਂ ਨੂੰ प्लस कर लेना ਇਹਨੂੰ 2 ਨਾਲ डिवाइड कर लेना इसदा आंसर आएगा ਸਾਡੇ ਕੋਲ 100/2। ठीक है इसदा आंसर आ गया ਸਾਡੇ ਕੋਲ 50। ਇਹ ਸਾਡੇ ਕੋਲ ਹੋ ਗਈ XI ਪਹਿਲੀ ਹੋ ਗਈ ਸਾਡੇ ਕੋਲ 50। फिर उस तो बाद असं की देखना बार बार इसमें प्लस करके नहीं करी जाना इससे टाइम वेस्ट होएगा। तुसीं की करना दोनों के विचों डिफरेंस देख लेना 45 एंड 55 के विच कितने डिजिट का डिफरेंस है ये हैगा साडे कोल 10 डिजिट का डिफरेंस। सो असीं इत्थे की करांगे 10 प्लस करी जावांगे 50 10 प्लस किते 60 फिर किते 70 फिर 80 एंड फिर 90। ठीक है जी हुण असीं की करना FI XI असीं की करना 3 ਨੂੰ ਮਲਟੀਪਲਾਈ ਕਰ ਦੇਣਾ 50 ਦੇ ਨਾਲ ਤਾਂ ਆਨਸਰ ਆ ਜਾਏਗਾ ਸਾਡੇ ਕੋਲ 150। फिर इस तरीके 10 ਨੂੰ 60 ਨਾਲ ਮਲਟੀਪਲਾਈ ਕਰਾਂਗੇ 600 11 ਨੂੰ 70 ਨਾਲ ਕਰਾਂਗੇ 770 8 ਨੂੰ 80 ਨਾਲ ਕਰਾਂਗੇ 640 ਐਂਡ 3 ਨੂੰ 90 ਨਾਲ ਕਰਾਂਗੇ 270। ठीक है जी ਇਹਨਾਂ ਨੂੰ ਜਦੋਂ ਪਲੱਸ ਕਰਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 2430। ਫਿਰ ਅਸੀਂ ਇੱਥੇ ਮੀਨ ਦਾ ਫਾਰਮੂਲਾ ਲਿਖਾਂਗੇ ਮੀਨ is equal to summation FI XI upon summation FI is equal to 2430 एंड अपॉन ਦੇ ਵਿੱਚ ਅਸੀਂ ਕੀ ਲਿਖਾਂਗੇ ਇਹਨਾਂ ਨੂੰ ਪਲੱਸ ਕਰਕੇ ਸਾਡੇ ਕੋਲ ਕੀ ਆਨਸਰ ਆ ਗਿਆ ਇਹ ਆਨਸਰ ਆਇਆ ਸਾਡੇ ਕੋਲ 35 ਨਾਲ ਅਸੀਂ ਇਸ ਨੂੰ ਡਿਵਾਈਡ ਕਰਾਂਗੇ। ਠੀਕ ਹੈ ਜੀ 5 ਦੇ ਟੇਬਲ ਤੇ ਕਟਿੰਗ ਕਰ ਦਾਂਗੇ 5 7 ਦਾ 35 5 ਨੂੰ ਜਦੋਂ ਉੱਪਰ ਕਟਿੰਗ ਕਰਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 486 एंड 486 ਨੂੰ ਅੰਦਰ ਰੱਖਾਂਗੇ 7 ਬਾਹਰ ਰੱਖਾਂਗੇ ਇਸ ਨੂੰ ਅਸੀਂ ਡਿਵਾਈਡ ਕਰਾਂਗੇ 7 6 ਦਾ 42 8 ਚ 2 ਗਏ 6 ਇੱਥੇ ਆ ਗਿਆ 7 9 ਦਾ 63 6 ਚੋਂ 3 ਗਏ 3 ਇੱਥੇ ਪੁਆਇੰਟ ਲੱਗ ਗਿਆ ਇੱਥੇ 0 ਆ ਗਈ 7 4 ਦਾ 28 2 ਫਿਰ 0 ਲੱਗ ਗਈ 7 2 ਦਾ 14। ਠੀਕ ਹੈ ਜੀ ਇੱਥੇ ਕੀ ਹੋ ਗਿਆ ਸਾਡੇ ਕੋਲ ਆਨਸਰ ਆ ਗਿਆ 69.42। तो फाइनल आंसर उधर लिख के देना है मीन इज इक्वल टू 69.42 ਇਹ ਸਾਡਾ ਫਾਈਨਲ ਆਨਸਰ ਹੈ ਜੀ। ਆਈ ਹੋਪ ਤੁਹਾਨੂੰ ਇਹ ਸੈਂਪਲ ਪੇਪਰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਸਮਝ ਆਇਆ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਸਬਜੈਕਟ ਦਾ ਵੀ ਸੈਂਪਲ ਪੇਪਰ ਸੋਲਵ ਕਰਕੇ ਦਵਾਂਗਾ ਸਾਇੰਸ ਦਾ ਇੰਗਲਿਸ਼ ਦਾ। ਠੀਕ ਹੈ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਤੁਹਾਨੂੰ ਹੁਣ ਇਸ ਤੋਂ ਬਾਅਦ ਕਿਹੜੇ ਸਬਜੈਕਟ ਦਾ ਸੈਂਪਲ ਪੇਪਰ ਸੋਲਵ ਕਰਕੇ ਦਵਾਂ। ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।